पारा महामाज महला पंजवा घर चौथा। पादोए परम पुलाणिया दूजे लगा हेत लख सिगार बनाया कारज नाही केत जित दिन देह बिनससी तित वेले कहसन प्रेत पकड़ चलायन दूत जम किसे न देनी पेत छाड़ खड़ोते खिने माहे जिन स्यों लगा हेत हाथ मरोड़े तन कपे स्याह सेत जेहा बीजे सोलुणे कर्मा संदड़ा खेत नानक प्रभ शरणागति चरण बोहित प्रभ देत से पादोए नरक न पाइए गुर रखण वाला हेत से पादोए नरक न पाइए गुर रखण वाला हेत ज्ञान ध्यान किछु कर्म न जाना सार न जाना तेरी सब ते वड्डा सतगुर नानक जिन कल राखी मेरी सब ते वड्डा सतगुर नानक जिन कल राखी मेरी साजन तेरे चरण की होए रहा सद दूर नानक सरन तुहारिया देखियो सदा हजूर नानक सरन तुहारिया देखियो सदा हजूर। 17 अगस्त 2023 वीरवार का दिन अज भादों के महीने की संग्रांद शुरू हो रही है। सच्चे पातशाह सब दियां झोलियां खुशियां दे नाल भरपूर करे। एक कर्मा वाला महीना होवे सब दे दुख दलिद्दर दूर हो जान क्योंकि असी जदों भी आस रखते हाँ सतगुर ते रखते हाँ। सच्चे पातशाह अज महीने का आगमन है महीने की शुरुआत है साडे ते दया मेहर करनी। सो मैं फिर एक बार महाराज दे अगे अरदास करती हाँ बेनती करती हाँ सच्चे पातशाह सब संगतां नूं खुशियां दे नाल भरपूर करना। अज जपजी साहब की दूजी पौड़ी का सत्संग होएगा। पहली पौड़ी का सत्संग 2 महीने पहला होया सी 15 मई नूं होया सी ते उस तो बाद समा नहीं मिलिया ते अज असी दूजी पौड़ी का सत्संग करांगे।
ਕਿਉਂਕਿ ਗੁਰੂ ਮਹਾਰਾਜ ਨੇ ਜੋ ਪੌੜੀਆਂ ਦਿੱਤੀਆਂ ਹਨ, ਜੋ ਜਪਜੀ ਸਾਹਿਬ ਦੇ ਵਿੱਚ ਵਰਣਨ ਕੀਤਾ ਹੈ, ਉਹ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਦਾ ਸਾਰ ਜਪਜੀ ਸਾਹਿਬ ਦੇ ਵਿੱਚ ਮਿਲਦਾ ਹੈ। ਉਹਨਾਂ ਨੇ ਅੱਜ ਸਾਨੂੰ ਇਹ ਜ਼ਿਕਰ ਕਰਨਾ ਹੈ ਕਿ ਦੂਜੀ ਪੌੜੀ ਕਿਵੇਂ ਆ, ਕਿਉਂਕਿ ਭਾਦੋਂ ਦੇ ਮਹੀਨੇ ਦਾ ਜੋ ਸਤਸੰਗ ਹੈ ਉਹਦੇ ਵਿੱਚ ਭਾਦੋਂ ਭਰਮ, ਜਿਹੜਾ ਭਰਮਾਂ ਦੇ ਵਿੱਚ ਪਿਆ ਹੋਇਆ ਬੰਦਾ, ਇੱਕ ਥਾਂ ਤੇ ਬੱਦਲ ਆ ਰਹੇ ਹੈ, ਦੂਜੀ ਥਾਂ ਤੇ ਧੁੱਪ ਨਿਕਲ ਰਹੀ ਹੈ, ਭੁਲੇਖੇ 'ਚ ਪੈ ਜਾਂਦਾ ਹੈ ਕਿ ਮੀਂਹ ਆਉਣਾ ਹੈ ਕਿ ਨਹੀਂ ਆਉਣਾ। ਇਹ ਭਾਦੋਂ ਦੇ ਮਹੀਨੇ ਦੀ ਪਛਾਣ ਹੈ ਕਿ ਇਸ ਤਰ੍ਹਾਂ ਹੁੰਦਾ ਹੈ। ਇਹ ਮੀਂਹ ਬਾਰਿਸ਼ ਜਿਹੜੀ ਹੈ ਉਹ ਧੁੱਪ ਦੇ ਵਿੱਚ ਵੀ ਹੋ ਜਾਂਦੀ ਹੈ ਤੇ ਛਾਂ 'ਚ ਵੀ ਹੋ ਜਾਂਦੀ ਹੈ, ਤੇ ਜੇ ਆ ਜਾਵੇ ਤਾਂ ਜਿਵੇਂ ਭਗਵਾਨ ਕ੍ਰਿਸ਼ਨ ਦਾ ਜਨਮ ਹੋਇਆ ਸੀ ਭਾਦੋਂ ਦੇ ਮਹੀਨੇ, ਝੜੀਆਂ ਲੱਗ ਗਈਆਂ ਸੀ, ਜਲ ਥਲ ਹੋ ਗਿਆ ਸੀ, ਇੱਦਾਂ ਵੀ ਕਰ ਦਿੰਦਾ। ਇਹ ਉਹਦੀ ਮੌਜ ਹੈ। ਸੋ ਉਹ ਕਹਿੰਦੇ ਜੈਸੇ ਭਾਦੋਂ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੈ। ਭਾਦੋਂ ਦਾ ਮਹੀਨਾ ਕਿੰਨਾ ਵੀ ਦੁਖੀ ਹੋਵੇ, ਕਿੰਨਾ ਵੀ ਗਰਮੀ ਹੋਵੇ, ਲੇਕਿਨ ਜੇ ਗੁਰੂ ਰੱਖਣ ਵਾਲਾ ਹੈ, ਗੁਰੂ ਨੂੰ ਹਿੱਤ ਹੈ, ਸਾਡੇ ਨਾਲ ਪ੍ਰੇਮ ਹੈ, ਤਾਂ ਸਾਨੂੰ ਭਾਦੋਂ ਦਾ ਮਹੀਨਾ ਕੁਝ ਨਹੀਂ ਕਹਿ ਸਕਦਾ। ਕਿਉਂਕਿ ਭਾਦੋਂ ਦੇ ਮਹੀਨੇ ਮੱਖੀ, ਮੱਛਰ, ਟਿੱਡੀ, ਪਲੀਹੀ ਸਭ ਸਾਨੂੰ ਬਹੁਤ ਤੰਗ ਕਰਦੀ ਹੈ। ਸੋ ਮਹਾਰਾਜ ਨੇ ਭਾਦੋਂ ਦੇ ਮਹੀਨੇ ਦਾ ਜ਼ਿਕਰ ਜਿਹੜਾ ਹੈ ਉਹ ਕੀਤਾ ਹੈ। ਹੁਣ ਅਸੀਂ ਅੱਜ ਦੂਸਰੀ ਪੌੜੀ ਦਾ ਸਤਸੰਗ ਜਿਹੜਾ ਹੈ ਉਹ ਕਰਾਂਗੇ ਜੀ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਜਿਹੜਾ ਗੁਰੂ ਮਹਾਰਾਜ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਹ ਆਪਣੇ ਹੁਕਮ ਦੇ ਨਾਲ ਕੀਤੀ ਹੈ। ਹੁਕਮ ਕੀ ਹੈ? ਉਹਦਾ ਨਿਯਮ ਹੈ। ਇੱਕ ਨਿਯਮ ਬਣਾਇਆ ਹੈ ਕਿ ਇਸ ਨਿਯਮ ਦੇ ਅਨੁਸਾਰ ਸ੍ਰਿਸ਼ਟੀ ਜਿਹੜੀ ਹੈ ਉਹ ਰਚੀ ਗਈ। ਹੁਣ ਉਹ ਨਿਯਮ ਦੀ ਪਾਲਣਾ ਕਰਨੀ ਸਾਡੇ ਲਈ ਸੁੱਖਾਂ ਦਾ ਕਾਰਨ ਹੈ, ਜੇ ਨਿਯਮ ਦੀ ਉਲੰਘਣਾ ਕਰਨੀ ਸਾਡੇ ਲਈ ਦੁੱਖਾਂ ਦਾ ਕਾਰਨ ਬਣ ਜਾਂਦੀ ਹੈ। ਔਰ ਨਾ ਕੋਈ ਦੁੱਖ ਹੈ ਨਾ ਕੋਈ ਸੁੱਖ ਹੈ। ਕੋਈ ਦੁੱਖ ਸਾਡੇ ਲਈ ਨਹੀਂ ਬਣਿਆ, ਕੋਈ ਸੁੱਖ ਜਿਹੜਾ ਹੈ ਸਪੈਸ਼ਲ ਕਿਸੇ ਲਈ ਨਹੀਂ ਬਣਿਆ। ਉਹ ਅਕਾਲ ਪੁਰਖ ਆਪਣੇ ਬੱਚਿਆਂ ਨੂੰ ਸੁੱਖ ਹੀ ਦੇਗਾ, ਦੁੱਖ ਨਹੀਂ ਦੇ ਸਕਦਾ, ਕਿਉਂਕਿ ਉਹ ਸਾਡਾ ਬਾਪ ਹੈ, ਮਾਂ ਬਾਪ ਹੈ। ਦੁੱਖ ਕੌਣ ਦੇਗਾ? ਕੋਈ ਜ਼ਾਲਮ ਹੀ ਦੇ ਸਕਦਾ ਹੈ, ਉਹ ਜ਼ਾਲਮ ਨਹੀਂ ਹੈ। ਲੇਕਿਨ ਸਾਡਾ ਫਰਜ਼ ਜਿਹੜਾ ਹੈ ਉਹ ਨਿਯਮਾਂ ਦੀ ਉਲੰਘਣਾ ਕਰਨਾ ਨਹੀਂ, ਸਾਡਾ ਫਰਜ਼ ਹੈ ਨਿਯਮਾਂ ਦੀ ਪਾਲਣਾ ਕਰਨੀ। ਉਹਨੇ ਸਾਨੂੰ ਬੋਲਣ ਦੀ ਤਾਕਤ ਦਿੱਤੀ ਹੈ, ਜੀਭ ਦਿੱਤੀ ਹੈ, ਜ਼ਬਾਨ ਦਿੱਤੀ ਹੈ, ਅਸੀਂ ਬੋਲਣਾ ਹੈ। ਜੇ ਨਹੀਂ ਬੋਲਾਂਗੇ ਤਾਂ ਅਸੀਂ ਭੁੱਲ ਜਾਵਾਂਗੇ ਵੀ ਬੋਲਣਾ ਕਿਵੇਂ ਹੈ। ਉਹਨੇ ਜ਼ਬਾਨ ਦਿੱਤੀ ਹੈ, ਜੇ ਤੂੰ ਜ਼ਿਆਦਾ ਬੋਲੇਗਾ, ਜੇ ਤੂੰ ਫਜ਼ੂਲ ਗੱਲਾਂ ਕਰੇਗਾ, ਫਾਲਤੂ ਗੱਲਾਂ ਕਰੇਗਾ, ਤਾਂ ਉਹ ਨਿਯਮ ਦੀ ਉਲੰਘਣਾ ਹੈ, ਕਾਨੂੰਨ ਦੀ ਉਲੰਘਣਾ ਹੈ, ਉਹਦੇ ਨਾਲ ਸਾਡਾ ਨੁਕਸਾਨ ਹੋ ਸਕਦਾ ਹੈ। ਅੱਖਾਂ ਦਿੱਤੀਆਂ ਨੇ ਸਾਨੂੰ ਬਹੁਤ ਕੁਝ ਵੇਖਣ ਨੂੰ, ਸੰਸਾਰ ਵੇਖਣ ਨੂੰ। ਜੇ ਅੱਖਾਂ ਦੀ ਵਰਤੋਂ ਦੁਰਵਰਤੋਂ ਕਰਾਂਗੇ, ਜਾਂ ਅਸੀਂ ਗਲਤ ਚੀਜ਼ਾਂ ਦੇਖਾਂਗੇ, ਜਾਂ ਗਲਤ ਫਿਲਮਾਂ ਦੇਖਾਂਗੇ, ਜਾਂ ਕਿਤੇ ਵੀ ਗਲਤ ਥਾਂ ਤੇ ਜਾਵਾਂਗੇ, ਤਾਂ ਉਹਨੂੰ ਇਸ ਗੱਲ ਦੀ ਦੁੱਖ ਹੋਏਗਾ ਕਿ ਮੇਰਾ ਪੁੱਤਰ ਜਿਹੜਾ ਹੈ ਇਹ ਉਲੰਘਣਾ ਕਰ ਰਿਹਾ ਹੈ। ਉਹ ਆਟੋਮੈਟਿਕ ਹੀ ਉਹਨੂੰ ਉਹਦੀ ਸਜ਼ਾ ਮਿਲ ਜਾਂਦੀ ਹੈ। ਕੰਨ ਸਾਨੂੰ ਮਿਲੇ ਨੇ ਸਿਰਫ ਵਧੀਆ ਸੁਣਨ ਨੂੰ, ਕੀਰਤਨ ਸੁਣੋ, ਸ਼ਬਦ ਸੁਣੋ, ਜਾਂ ਜਿੱਥੇ ਵੀ ਕੋਈ ਵਧੀਆ ਕੋਈ ਪ੍ਰੋਗਰਾਮ ਹੈ ਉਹਨੂੰ ਸੁਣੋ, ਜਿਹਦੇ ਨਾਲ ਤੁਹਾਨੂੰ ਅਕਲ ਆਵੇ। ਜੇ ਤੁਸੀਂ ਉਹਨੂੰ ਵੀ ਗਲਤ ਵਰਤੋਂ ਕਰਦੇ ਹੋ, ਉਹਦੀ ਵੀ ਸਜ਼ਾ ਜਿਹੜੀ ਹੈ ਉਹ ਤੁਹਾਨੂੰ ਮਿਲਦੀ ਹੈ। ਇਹ ਹੁਕਮ ਦੀ ਪਾਲਣਾ ਕਰਨੀ ਹੈ। ਜੇ ਹੁਕਮ ਦੀ ਪਾਲਣਾ ਕਰਾਂਗੇ, ਨੱਕ ਜਿਹੜਾ ਹੈ, ਜੇ ਅਸੀਂ ਗੰਦੀ ਥਾਂ ਤੋਂ ਲੰਘਦੇ ਹਾਂ ਅਸੀਂ ਨੱਕ ਨੂੰ ਕੱਜ ਲੈਂਦੇ ਹਾਂ ਕਿ ਅਸੀਂ ਟੋਲਰੇਟ ਨਹੀਂ ਕਰਦੇ, ਬਰਦਾਸ਼ਤ ਨਹੀਂ ਹੁੰਦਾ ਕਿ ਇੰਨੀ ਬਦਬੂ ਆ ਰਹੀ ਹੈ। ਲੇਕਿਨ ਜਦੋਂ ਅਸੀਂ ਪਰੇ ਹੋ ਜਾਵਾਂਗੇ ਤਾਂ ਨੱਕ ਦੀ ਵਰਤੋਂ ਵੀ ਕਰ ਸਕਦੇ ਹਾਂ, ਵੀ ਅੱਛੀ ਸੁਗੰਧੀ ਜਿਹੜੀ ਹੈ ਉਹ ਲੈ ਸਕਦੇ ਹਾਂ। ਇਹ ਸਾਰੇ ਜਿਹੜੇ ਸਾਡੇ ਸਾਥੀ ਬਣਾਏ ਨੇ, ਇਹ ਸਾਡੇ ਸਾਥੀ ਨੇ। ਜਿਹੜੇ ਕੰਨ ਹੈ, ਅੱਖ ਹੈ, ਨੱਕ ਹੈ, ਜ਼ਬਾਨ ਹੈ, ਇਹ ਸਾਡੇ ਸਾਥੀ ਨੇ। ਹੱਥ ਜਿਹੜੇ ਆ ਇਹ ਸਾਡੇ ਸਾਥੀ ਨੇ, ਪੈਰ ਜਿਹੜੇ ਆ ਸਾਡੇ ਸਾਥੀ ਨੇ। ਇਹਨਾਂ ਦੇ ਸਿਰ ਤੇ ਹੀ ਸੰਸਾਰ ਦਾ ਭ੍ਰਮਣ ਜਿਹੜਾ ਹੈ ਅਸੀਂ ਕਰ ਰਹੇ ਹਾਂ, ਸੰਸਾਰ ਨੂੰ ਘੁੰਮ ਰਹੇ ਹਾਂ। ਲੇਕਿਨ ਜਦੋਂ ਅਸੀਂ ਨਿਯਮ ਦੀ ਉਲੰਘਣਾ ਕਰਾਂਗੇ ਤਾਂ ਸਾਨੂੰ ਸਜ਼ਾ ਮਿਲੇਗੀ। ਉਹ ਸਜ਼ਾ ਸਾਡੇ ਦੁੱਖ ਦਾ ਕਾਰਨ ਬਣ ਜਾਏਗੀ, ਸੁੱਖ ਦਾ ਨਹੀਂ ਬਣੇਗੀ। ਸੋ ਉਹ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਪਹਿਲੀ ਪੌੜੀ 'ਚ ਉਹਨਾਂ ਨੇ ਕਿਹਾ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਬਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਫਿਰ ਉਹਨਾਂ ਨੇ ਕਿਹਾ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਜਿਹੜੇ ਹੈ
ਇਹਦੇ ਨਾਲ ਸ੍ਰਿਸ਼ਟੀ ਦੇ ਖੰਡ ਬ੍ਰਹਿਮੰਡ ਬਣਿਆ, ਆਕਾਰ ਬਣਿਆ। ਦਰਿਆਵਾਂ ਦੇ ਆਕਾਰ ਨੇ ਇੱਕੋ ਜਿਹੇ ਬਣਾਏ ਆ, ਕੋਈ ਬਹੁਤ ਵੱਡਾ ਹੈ ਉਹਦੇ ਨਾਲ ਦੇ ਹੋਰ ਬੜੇ ਵੱਡੇ ਵੱਡੇ ਦਰਿਆ ਨੇ। ਸਾਗਰ ਹੈ, ਉਹਦਾ ਕੋਈ ਆਕਾਰ ਪਤਾ ਹੀ ਨਹੀਂ ਲੱਗਦਾ ਕਿੱਥੋਂ ਸ਼ੁਰੂ ਹੁੰਦਾ ਕਿੱਥੇ ਖਤਮ ਹੁੰਦਾ। ਇਵੇਂ ਝੀਲਾਂ ਹੈ, ਨਦੀਆਂ ਹਨ, ਪਹਾੜ ਹਨ, ਜੋ ਕੁਝ ਵੀ ਸੰਸਾਰ 'ਤੇ ਨਜ਼ਰ ਆਉਂਦਾ ਉਹ ਆਕਾਰ ਹੈ। ਉਹ ਆਕਾਰ ਆਪਣੇ ਹੁਕਮ ਦੇ ਨਾਲ ਬਣਾਇਆ। ਹੁਕਮੇ ਹੋਵਨ ਆਕਾਰ, ਹੁਕਮ ਨਾ ਕਿਹਾ ਜਾਏ। ਉਹਦਾ ਹੁਕਮ ਵਰਣਨ ਨਹੀਂ ਕੀਤਾ ਜਾ ਸਕਦਾ ਕਿ ਅਸੀਂ 2 ਲਫ਼ਜ਼ਾਂ 'ਚ, 4 ਲਫ਼ਜ਼ਾਂ 'ਚ, 10 ਲਫ਼ਜ਼ਾਂ 'ਚ ਉਹਨੂੰ ਵਰਣਨ ਕਰ ਦਾਂਗੇ ਕਿ ਅਸੀਂ ਵਰਣਨ ਕਰਤਾ। ਨਹੀਂ, ਵਰਣਨ ਜਿਹੜਾ ਹੈ, ਜੇ ਅਸੀਂ ਕਿਸੇ ਬੰਦੇ ਦੀ ਸ਼ੋਹਰਤ ਨੂੰ ਕਾਮਯਾਬ ਬਣਾਉਣਾ ਹੈ, ਉਹਨੂੰ ਮੇਨਟੇਨ ਰੱਖਣਾ ਹੈ, ਤਾਂ ਅਸੀਂ ਉਹਦੀ ਸਿਫਤ ਕਰਾਂਗੇ। ਕਿੰਨਾ ਕੁ ਚਿਰ? 10 ਮਿੰਟ, 20 ਮਿੰਟ ਉਹਦੇ ਗੁਣ ਔਗਣ ਅਸੀਂ ਦੱਸ ਦਿਆਂਗੇ। ਔਗਣ ਤਾਂ ਕੀ ਦੱਸਣੇ ਆ, ਗੁਣ ਹੀ ਦੱਸਾਂਗੇ ਕਿ ਬਹੁਤ ਵਧੀਆ ਬੋਲਦਾ ਹੈ, ਇਹ ਬੁਲਾਰਾ ਬਹੁਤ ਚੰਗਾ ਹੈ, ਪੜ੍ਹਾਈ ਬਹੁਤ ਚੰਗੀ ਕਰਦਾ ਹੈ, ਖਾਂਦਾ ਬਹੁਤ ਲਿਮਟਿਡ ਹੈ। ਥੋੜ੍ਹੀਆਂ ਜਿਹੀਆਂ ਗੱਲਾਂ 5-7 ਮਿੰਟਾਂ 'ਚ ਅਸੀਂ ਬਿਆਨ ਕਰ ਦਿਆਂਗੇ, ਉਹਦਾ ਜ਼ਿਕਰ ਹੋ ਗਿਆ। ਜਾਂ ਕੋਈ ਦੇਸ਼ ਹੈ, ਕਿਸੇ ਦੇਸ਼ ਦੀ ਅਸੀਂ ਸਿਫਤ ਕਰਨੀ ਹੈ, ਉਹ ਦੇਸ਼ ਦਾ ਜ਼ਿਕਰ ਕਰਾਂਗੇ ਕਿ ਉਹ ਦੇਸ਼ 'ਤੇ ਇੰਨਾ ਅਨਾਜ ਹੁੰਦਾ ਹੈ, ਇੰਨੇ ਲੋਕ ਭਲੇ ਹੈ, ਇੰਨਾ ਥੋੜ੍ਹੇ ਜਿਹੇ ਚਿਰ 'ਚ ਉਹ ਦੇਸ਼ ਜਿਹੜਾ ਉਹਦਾ ਵਰਣਨ ਹੋ ਜੂਗਾ। ਲੇਕਿਨ ਅਕਾਲ ਪੁਰਖ ਦਾ ਵਰਣਨ ਕਥ ਕਥੀ ਕੋਟੀ ਕੋਟ ਕੋਟ, ਕਰੋੜਾਂ ਹੀ ਬੰਦੇ ਆਏ, ਕਰੋੜਾਂ ਹੀ ਆ ਕੇ ਚਲੇ ਗਏ, ਕਥਨ ਕਰ ਕੇ ਚਲੇ ਗਏ, ਲੇਕਿਨ ਹੋਰ ਆ ਕੇ ਕਰ ਜਾਂਦੇ ਆ। ਅਸੀਂ ਆਮ ਇੱਕ ਗੱਲ ਕਹਿੰਦੇ ਹਾਂ ਕਿ ਅਸੀਂ ਜੋ ਖਾਣ ਨੂੰ ਸਾਨੂੰ ਮਿਲਿਆ ਉਹ ਸਾਨੂੰ ਬਹੁਤ ਦਿੱਤਾ, ਪਰ ਅਸੀਂ ਖਾ ਥੱਕ ਗਏ, ਅਸੀਂ ਹੰਢਾ ਥੱਕ ਗਏ। ਪਰ ਕਿਉਂਕਿ ਰੱਬ ਜਿਹੜਾ ਉਹ ਹੋਰ ਪੈਦਾ ਕਰ ਦਿੰਦਾ, ਸਾਡੀਆਂ ਅੱਖਾਂ ਦਿਸਣੋਂ ਬੰਦ ਹੋ ਜਾਂਦਾ, ਅਸੀਂ ਉਹਨਾਂ ਨੂੰ ਮਾਣ ਨਹੀਂ ਸਕਦੇ। ਕੰਨ ਸੁਣਨੋਂ ਬੰਦ ਹੋ ਜਾਂਦੇ ਆ, ਅਸੀਂ ਕੋਈ ਗੀਤ ਸੰਗੀਤ ਚੱਲਦਾ ਉਹਨੂੰ ਮਾਣ ਨਹੀਂ ਸਕਦੇ। ਜ਼ਬਾਨ ਬੋਲਣੋਂ ਰਹਿ ਜਾਂਦੀ ਹੈ, ਅਸੀਂ ਕੀਰਤਨ ਵੀ ਕਰਨਾ ਕਰ ਨਹੀਂ ਸਕਦੇ, ਕਿਉਂ? ਅਸੀਂ ਥੱਕ ਗਏ ਹਾਂ, ਸਾਡਾ ਸਰੀਰ ਥੱਕ ਗਿਆ। ਲੇਕਿਨ ਉਹ ਗੁਰੂ ਮਹਾਰਾਜ ਜਿਹੜੇ ਆ, ਅਕਾਲ ਪੁਰਖ ਜਿਹੜੇ ਆ, ਉਹ ਥੱਕੇ ਨਹੀਂ, ਉਹ ਦੇਈ ਜਾਂਦਾ। ਉਸ ਤੋਂ ਬਾਅਦ ਆਉਣ ਵਾਲੇ ਉਹ ਜਿਹੜੇ ਆ ਉਹਦਾ ਭੋਗਦੇ ਆ, ਆਨੰਦ ਲੈਂਦੇ ਆ। ਸੋ ਇਸ ਕਰਕੇ ਦੇਂਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਏ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਬੇਪਰਵਾਹੋ। ਉਹ ਬੇਪਰਵਾਹ ਹੈ, ਉਹ ਵਿਗਸਦਾ ਹੈ, ਖੁਸ਼ ਹੁੰਦਾ, ਉਹ ਦੇਈ ਜਾਂਦਾ। ਕਿਉਂਕਿ ਉਮਰ ਦੇ ਲਿਹਾਜ਼ ਨਾਲ ਸਾਡੇ ਜਿਹੜੇ ਨੈਣ ਪ੍ਰਾਣ ਹੈ ਇਹ ਜਵਾਬ ਦੇ ਜਾਂਦੇ ਆ, ਢਿੱਲੇ ਪੈ ਜਾਂਦੇ ਆ। ਫਿਰ ਅਸੀਂ ਕੀ ਕਰੀਏ? ਅਸੀਂ ਉਹਦੀ ਸਿਫਤ ਕਰ ਸਕਦੇ ਹਾਂ। ਕਰੋੜਾਂ ਹੀ ਬੰਦੇ ਆਏ, ਕਰੋੜਾਂ ਹੀ ਸਿਫਤ ਕਰਕੇ ਚਲੇ ਗਏ, ਕਰੋੜਾਂ ਹੋਰ ਆਏ, ਹੋਰ ਆਉਣਗੇ, ਉਹ ਵੀ ਇੱਦਾਂ ਹੀ ਸਿਫਤ ਕਰਕੇ ਚਲੇ ਜਾਣਗੇ। ਉਹਦੀ ਸਿਫਤ ਦਾ ਕਿਸੇ ਨੇ ਅੰਤ ਨਹੀਂ ਪਾਇਆ। ਹੁਕਮ ਨਾ ਕਿਹਾ ਜਾਏ, ਇਸ ਕਰਕੇ ਹੁਕਮ ਜਿਹੜਾ ਹੈ ਉਹ ਕਿਹਾ ਨਹੀਂ ਜਾ ਸਕਦਾ। ਉਹ ਕਿਸੇ ਸ਼ਬਦਾਂ ਦੇ ਵਿੱਚ ਬੰਧਨ 'ਚ ਨਹੀਂ ਆ ਸਕਦਾ, ਉਹ ਕਿਸੇ ਸ਼ਬਦਾਂ ਦੇ ਵਲਗਨ 'ਚ ਨਹੀਂ ਆ ਸਕਦਾ, ਉਹ ਸ਼ਬਦਾਂ ਤੋਂ ਪਰੇ ਹੈ। ਇਸ ਕਰਕੇ ਉਹ ਜਦੋਂ ਅਸੀਂ ਉਹਦੇ ਹੁਕਮ ਦੀ ਉਲੰਘਣਾ ਕਰਦੇ ਹਾਂ, ਪੀੜਾ ਦਾ ਜਨਮ ਹੁੰਦਾ। ਤੇ ਅਸੀਂ ਕੋਈ ਅਨਾਜ ਧਰਤੀ 'ਚ ਬੀਜਦੇ ਹਾਂ, ਉਹ ਇੱਕ ਦਾਣਾ ਬੀਜਿਆ, 1000 ਦਾਣਾ ਉਹਦਾ ਉੱਗਿਆ, ਉਹ ਸਾਨੂੰ ਖਾਣਾ ਪਏਗਾ। ਜੇ ਜ਼ਹਿਰ ਦਾ ਬੀਜ ਬੀਜਦੇ ਹਾਂ, ਇੱਕ ਦਾਣਾ ਬੀਜਿਆ, 1000 ਦਾਣਾ ਉੱਗਿਆ, ਉਹ ਵੀ ਸਾਨੂੰ ਖਾਣਾ ਪਏਗਾ, ਜ਼ਰੂਰ ਖਾਣਾ ਪਏਗਾ। ਹੁਣ ਨਹੀਂ ਖਾਓਗੇ, ਕਿਸੇ ਵੇਲੇ ਜ਼ਰੂਰ ਖਾਣਾ ਪਏਗਾ। ਕਿਉਂ? ਜਿਹੜਾ ਤੁਸੀਂ ਬੀਜਿਆ ਹੈ ਉਹ ਤੁਹਾਨੂੰ ਵੱਢਣਾ ਪਏਗਾ, ਉਹ ਤੁਹਾਨੂੰ ਹਾਸਲ ਕਰਨਾ ਪਏਗਾ। ਇਸ ਕਰਕੇ ਤੁਸੀਂ ਇਹ ਸੋਚਣਾ ਹੈ, ਆਪਾਂ ਇਹ ਸੋਚਣਾ ਹੈ ਕਿ ਮੈਂ ਬੀਜ ਰਿਹਾ, ਕੀ ਬੀਜ ਰਿਹਾ, ਕਿਤੇ ਮੈਨੂੰ ਉਹਦਾ ਫਲ ਭੁਗਤਾਨ ਜਿਹੜਾ ਉਹ ਕਰਨਾ ਤਾਂ ਨਹੀਂ ਪਊਗਾ, ਕਿਉਂਕਿ ਉਹਨੇ 1000 ਗੁਣਾ ਉਹਦੇ ਜਿਹੜਾ ਫਲ ਹੈ ਉਹ ਸਾਨੂੰ ਮਿਲੇਗਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਆ ਬਈ ਸਾਨੂੰ ਕਿਸੇ ਨੂੰ ਸੰਦੇਸ਼ ਦੇਣ ਦੀ ਲੋੜ ਨਹੀਂ, ਉਹਨਾਂ ਨੂੰ ਆਪੇ ਹੀ ਇਸ ਗੱਲ ਦੀ ਸਮਝ ਆਉਣੀ ਚਾਹੀਦੀ ਹੈ ਕਿ ਮੇਰੇ ਲਈ ਕੀ ਠੀਕ ਹੈ। ਇੰਨਾ ਹੀ ਪਤਾ ਹੋਣਾ ਚਾਹੀਦਾ ਕਿ ਉਹਦਾ ਨਿਯਮ ਜਿਹੜਾ ਹੈ ਉਹ ਕੀ ਹੈ। ਨਿਯਮ ਦਾ ਜੋ ਉਲੰਘਣਾ ਹੈ ਉਹੀ ਸਾਡੇ ਲਈ ਦੁੱਖ ਦਾ ਕਾਰਨ ਬਣ ਜਾਂਦੀ ਹੈ, ਉਹੀ ਸਾਡੇ ਲਈ ਜੇ ਪਾਲਣਾ ਹੈ ਉਹ ਸਾਡੇ ਲਈ ਸੁੱਖ ਦਾ ਕਾਰਨ ਬਣ ਜਾਂਦੀ ਹੈ ਜੀ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਜਿੰਨੇ ਜੀ ਇਹ ਸੰਸਾਰ ਤੇ ਨੇ, ਚਾਹੇ ਕੀੜੇ ਮਕੌੜੇ ਨੇ, ਚਾਹੇ ਚੁਪਾਏ ਹੈ, ਚਾਹੇ ਇਨਸਾਨ ਹੈ,
ਚਾਹੇ ਸੱਪ ਸਲੂਤੀਆਂ ਜੋ ਵੀ ਹੈ ਇਹ ਮਾਲਕ ਨੇ ਬਣਾਏ ਆ। ਉਹਨੂੰ ਜਿਵੇਂ ਜਿਵੇਂ ਲੋੜ ਅਨੁਭਵ ਹੋਈ ਉਹਦੇ ਉਵੇਂ ਹੀ ਜੀ ਬਣਾਏ। ਜੇ ਸਾਡਾ ਕਰਮ ਮਾੜਾ ਹੈ ਸਾਨੂੰ ਮਾੜੀ ਜੋਨੀ ਮਿਲੀ, ਜੇ ਸਾਡਾ ਕਰਮ ਚੰਗਾ ਹੈ ਸਾਨੂੰ ਚੰਗੀ ਜੋਨੀ ਮਿਲ ਗਈ। ਇਹ ਸਾਡੇ ਕਰਮ ਤੇ ਡਿਪੈਂਡ ਕਰਦੀ ਹੈ, ਕਰਮ ਤੇ ਨਿਰਭਰ ਕਰਦੀ ਹੈ ਕਿ ਕਰਮ ਅਸੀਂ ਕੀ ਕੀਤਾ। ਜੇ ਚਾਰ ਚੌਪਾਏ ਜੀਵ ਹੈ ਉਹਦੇ 'ਚ ਬਹੁਤ ਵਧੀਆ ਵੀ ਹੈ, ਸ਼ੇਰ ਵੀ ਹੈ, ਹਾਥੀ ਵੀ ਹੈ, ਘੋੜਾ ਵੀ ਹੈ, ਹੋਰ ਵੀ ਬੜੇ ਬੜੇ ਵਧੀਆ ਜਾਨਵਰ ਨੇ। ਤਾਂ ਜੇ ਮਾੜੇ ਜਾਨਵਰਾਂ ਨੂੰ ਅਸੀਂ ਦੇਖੀਏ, ਹਾਲਾਂਕਿ ਅਸੀਂ ਉਹ ਤੋਂ ਕੰਮ ਲੈਂਦੇ ਹਾਂ। ਗਧਾ ਹੈ ਪਰ ਅਸੀਂ ਉਹਨੂੰ ਬਹੁਤਾ ਵਧੀਆ ਨਹੀਂ ਸਮਝਦੇ, ਲੇਕਿਨ ਗਧੇ ਤੋਂ ਕੰਮ ਬਹੁਤ ਲੈਂਦੇ ਹਾਂ। ਗਧਾ ਹੈ, ਕੁੱਤਾ ਹੈ, ਬਿੱਲਾ ਹੈ, ਇਹ ਸਾਰੇ ਜੀਵਾਂ ਤੋਂ ਅਸੀਂ ਕੰਮ ਲੈਂਦੇ ਹਾਂ। ਪਰ ਆਪਣੇ ਬੱਚਿਆਂ ਨੂੰ ਇਹਨਾਂ ਜੀਵਾਂ ਦੇ ਨਾਲ ਕਦੇ ਤੁਲਨਾ ਨਹੀਂ ਕਰਦੇ। ਅਸੀਂ ਆਪਣੇ ਬੱਚੇ ਦੀ ਤੁਲਨਾ ਜਿਹੜੀ ਹੈ ਉਹ ਸ਼ੇਰ ਨਾਲ ਕਰਾਂਗੇ, ਹਾਥੀ ਨਾਲ ਕਰਾਂਗੇ, ਜਾਂ ਹੋਰ ਜਾਨਵਰਾਂ ਨਾਲ ਕਰਾਂਗੇ ਜਿਹੜੇ ਸਾਨੂੰ ਵਧੀਆ ਲੱਗਦੇ ਆ। ਇਹ ਕਿਉਂਕਿ ਉਹਨਾਂ ਦੇ ਗੁਣ ਜਿਹੜੇ ਆ ਉਹ ਸਾਨੂੰ ਪਤਾ ਹੈ। ਜਿਹੜੇ ਇਹ ਜਾਨਵਰ ਨੇ ਇਹਨਾਂ ਦੇ ਔਗਣ ਸਾਨੂੰ ਪਤਾ ਹੈ। ਅਸੀਂ ਆਪਣੇ ਬੱਚਿਆਂ ਦੀ ਇਹਨਾਂ ਨਾਲ ਕਦੇ ਵੀ ਤੁਲਨਾ ਨਹੀਂ ਕਰਦੇ। ਸੋ ਜਿਹੜੇ ਜੀ ਨੇ ਇਹ ਉਹਨੇ ਆਪਣੇ ਕਰਮ ਦੇ ਅਨੁਸਾਰ ਬਣਾਏ ਹੈ। ਜੈਸਾ ਕਰਮ ਤੁਸੀਂ ਕੀਤਾ ਹੈ ਵੈਸੇ ਹੀ ਜੀਵ ਪੈਦਾ ਕੀਤੇ ਨੇ, ਵੈਸੇ ਹੀ ਜੀਵ ਉਹਨੇ ਬਣਾਏ ਹੈ। ਸੋ ਹੁਣ ਘੱਟੋ ਘੱਟ ਅਸੀਂ ਸਮਝ ਜਾਈਏ ਕਿ ਜਿਹੜਾ ਕਰਮ ਅਸੀਂ ਮਾੜਾ ਕੀਤਾ ਹੈ ਉਹ ਮਾੜਾ ਕਰਮ ਨਾ ਕਰੀਏ, ਤਾਂ ਕਿ ਜੀਵ ਜਿਹੜੇ ਆ ਅਸੀਂ ਚੰਗੇ ਜੀਵ ਬਣ ਜਾਈਏ। ਆਉਣ ਵਾਲੇ ਸਮੇਂ 'ਚ ਅਸੀਂ ਕੁਛ ਨਾ ਕੁਛ ਚੰਗਾ ਕਰ ਦਈਏ। ਹੁਣ ਦੇਖੋ ਤੁਸੀਂ, ਇੱਕ ਛੋਟੀ ਜੀ ਗੱਲ ਹੈ, ਸਾਡੀਆਂ ਅੱਖਾਂ ਮਾਲਕ ਨੇ ਦਿੱਤੀਆਂ ਨੇ। ਜੇ ਅਸੀਂ ਅੱਖਾਂ ਬੰਦ ਕਰਕੇ ਚੱਲਾਂਗੇ ਕਿ ਮੈਨੂੰ ਤਾਂ ਸਭ ਪਤਾ ਹੀ ਹੈ ਇਸ ਥਾਂ ਤੇ ਕੀ ਕੁਛ ਹੈ, ਮੈਂ ਅੱਖਾਂ ਬੰਦ ਕਰਕੇ ਚੱਲਾਂਗਾ, ਅਚਾਨਕ ਕੋਈ ਅੱਗੇ ਆ ਜਾਂਦਾ, ਅਸੀਂ ਉਹਨੂੰ ਕ੍ਰਾਸ ਕਰ ਨਹੀਂ ਸਕਦੇ, ਡਿੱਗ ਪੈਂਦੇ ਹਾਂ, ਸੱਟ ਲੱਗਦੀ ਹੈ। ਉਹ ਕਹਿੰਦਾ ਮੇਰੇ ਸੱਟ ਕਿਉਂ ਲੱਗੀ, ਮੈਂ ਜਾ ਰਿਹਾ ਸੀ, ਤੂੰ ਇਸ ਗੁਨਾਹਗਾਰ ਤੂੰ ਹੈ। ਅਸੀਂ ਰੱਬ ਨੂੰ ਕਹਿੰਦੇ ਹਾਂ। ਉਹ ਕਹਿੰਦਾ ਮੈਂ ਤੈਨੂੰ ਅੱਖਾਂ ਦਿੱਤੀਆਂ, ਤੂੰ ਦੇਖ ਕੇ ਤੁਰਨਾ ਸੀ, ਤੂੰ ਤੁਰਿਆ, ਤੂੰ ਦੇਖ ਕੇ ਨਹੀਂ, ਕਸੂਰਵਾਰ ਮੈਂ ਆ। ਇਹ ਮੇਰਾ ਕਸੂਰ ਨਹੀਂ, ਇਹ ਤੇਰਾ ਕਸੂਰ ਹੈ। ਸੋ ਜੇ ਉਹਨੇ ਕੋਈ ਅੰਗ ਦਿੱਤਾ ਹੈ ਉਹਦੀ ਵਰਤੋਂ ਕਰੋ, ਉਹਦੀ ਵਰਤੋਂ ਕਰਕੇ ਹੀ ਅਸੀਂ ਸੁਖੀ ਹੋ ਸਕਦੇ ਹਾਂ। ਜੇ ਬੰਦ ਕਰਕੇ ਤੁਰਾਂਗੇ ਤਾਂ ਅਸੀਂ ਕਦੇ ਵੀ ਜੋ ਸੁਖੀ ਨਹੀਂ ਜਾਵਾਂਗੇ, ਦੁਖੀ ਹੋ ਜਾਵਾਂਗੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਆ ਬਈ ਜੇ ਤੂੰ ਜੀਆਂ ਦੇ ਨਾਲ ਗੱਲ ਕਰਦਾ ਹੈ, ਜਿੰਨੇ ਵੀ ਜੀ ਹੈ, ਕੁੱਤਾ ਹੈ ਕਦੇ ਅੱਖਾਂ ਬੰਦ ਕਰਕੇ ਨਹੀਂ ਚੱਲਦਾ, ਘੋੜਾ ਹੈ ਕਦੇ ਅੱਖਾਂ ਬੰਦ ਕਰਕੇ ਨਹੀਂ ਚੱਲਦਾ, ਹਾਥੀ ਹੈ ਕਦੇ ਅੱਖਾਂ ਬੰਦ ਕਰਕੇ ਨਹੀਂ ਚੱਲਦਾ, ਲੇਕਿਨ ਇਨਸਾਨ ਹੈ ਇਹ ਅੱਖਾਂ ਬੰਦ ਕਰਕੇ ਅੱਗੇ ਪਿੱਛੇ ਵੀ ਜਾਂਦਾ। ਅੱਗੇ ਤਾਂ ਜਾਂਦਾ ਹੀ ਜਾਂਦਾ, ਪਿੱਛੇ ਵੀ ਜਾਂਦਾ ਵੀ ਦੇਖੋ ਮੇਰੀ ਕਿੰਨੀ ਖਾਸੀਅਤ ਹੈ। ਉਹ ਤਾਂ ਬਾਈ ਚਾਂਸ ਕੋਈ ਅੱਗੇ ਪਿੱਛੇ ਨਹੀਂ ਆਇਆ, ਬਚ ਗਿਆ, ਉਹ ਨਹੀਂ ਸੱਟ ਤਾਂ ਲੱਗ ਸਕਦੀ ਹੈ। ਹਾਂ ਇਹ ਹੈ ਕਿ ਜੇ ਕਿਸੇ ਨੂੰ ਅਸੀਂ ਦੱਸ ਦਈਏ ਨਾ ਕਿ ਤੇਰੇ ਅੱਗੇ ਖੂਹ ਹੈ, ਉਹ ਗੁੱਸਾ ਬੜਾ ਕਰਦਾ। ਕੋਈ ਬੰਦਾ ਅੰਨਾ ਜਾ ਰਿਹਾ, ਉਹ ਅੰਨਾ ਬੰਦਾ ਖੂਹ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਵੀ ਮੈਨੂੰ ਕਿਤੇ, ਉਹ ਸੋਟੀ ਜਿਹੜੀ ਹੈ ਉਹ ਲੈ ਕੇ ਜਾ ਰਿਹਾ, ਸੋਟੀ ਜਿਹਨੂੰ ਅਸੀਂ ਲਾਠੀ ਕਹਿੰਦੇ ਹਾਂ, ਉਹ ਲਾਠੀ ਲੈ ਕੇ ਜਾ ਰਿਹਾ। ਤਾਂ ਉਹਦੇ ਨਾਲ ਉਹ ਦੇਖਦਾ ਲਾਠੀ ਨਾਲ ਕਿ ਇੱਥੇ ਕੋਈ ਖੂਹ, ਕੋਈ ਟੋਆ, ਕੋਈ ਟਿੱਬਾ ਇਹ ਤਾਂ ਨਹੀਂ ਹੈ। ਉਹਨੂੰ ਕੁਛ ਵੀ ਨਜ਼ਰ ਨਹੀਂ ਆਉਂਦਾ, ਉਹ ਲੰਘ ਜਾਂਦਾ। ਉਹ ਇੱਕ ਸੰਤਾਂ ਨੇ ਇੱਕ ਸ਼ਲੋਕ ਲਿਖਿਆ, ऐ राम तेरे नाम का मुझको आधार है, अंधे को जैसे लाकड़ी तन का सहार है। ऐ राम तेरे नाम का मुझको आधार है, अंधे को जैसे लाकड़ी तन का सहार है। जप योग जग और कर्म बन पड़े नहीं, बन पड़े नहीं। कुछ भी मैं किया नहीं, ना यज्ञ किया, ना योग किया, ना जप किया। जप योग यज्ञ और कर्म बन पड़े नहीं, बन पड़े नहीं। कल युग में तेरे नाम की महिमा अपार है, अंधे को जैसे लाकड़ी तन का सहार है।
अंधे को जैसे लाकड़ी तन का सहार है राम तेरे नाम का मुझको आधार है। अंधे को जैसे लाकड़ी तन का सहार है। लिखने से राम नाम के जल में शिला तरी, जल में शिला तरी। लिखने से राम नाम के जल में शिला तरी, जल में शिला तरी। कैसे मनुज न जा सके भव सिंधु पार है, कैसे मनुज न जा सके भव सिंधु पार है। अंधे को जैसे लाकड़ी तन का सहार है राम तेरे नाम का मुझको आधार है। अंधे को जैसे लाकड़ी तन का सहार है। शबरी के पाद नीर से जल पल विमल हुआ, सरवर विमल हुआ। शबरी के पाद नीर से सरवर विमल हुआ, सरवर विमल हुआ। छूने से चरण के तरी गौतम की नार है। अंधे को जैसे लाकड़ी तन का सहार है राम तेरे नाम का मुझको आधार है। अंधे को जैसे लाकड़ी तन का सहार है। ਅੰਨੇ ਨੂੰ ਟੋਣੀ ਚਾਹੀਦੀ ਆ, ਟੋਣੀ ਲਾਠੀ ਨੂੰ ਕਹਿੰਦੇ ਆ, ਉਹਦੇ ਨਾਲ ਉਹ ਸਭ ਕੁਝ ਪਾਰ ਕਰ ਜਾਂਦਾ। ਲੇਕਿਨ ਫਿਰ ਵੀ ਜੇ ਕੋਈ ਖੂਹ ਆ ਗਿਆ, ਉਹਨੂੰ ਨਹੀਂ ਪਤਾ ਲੱਗਿਆ, ਹੋ ਸਕਦਾ ਖੂਹ ਤੇ ਚੜ ਜੇ। ਅਸੀਂ ਸੁਜਾਖੇ ਹਾਂ, ਸਾਨੂੰ ਚਾਹੀਦਾ ਕਿ ਅਸੀਂ ਉਹਨੂੰ ਰੋਕੀਏ ਕਿ ਭਾਈ ਇੱਥੇ ਖੂਹ ਹੈ, ਦੇਖੀ ਕਿਤੇ ਅੱਗੇ ਨਾ ਆ ਜੀ। ਜੇ ਉਹ ਗੁੱਸਾ ਕਰੇਗਾ ਤਾਂ ਉਹ ਸਹੀ ਮਾਨਾ ਚੱਲਣਾ ਨਹੀਂ, ਉਹ ਗੁੱਸਾ ਕਰੇਗਾ ਹੀ ਨਹੀਂ ਕਿ ਮੈਨੂੰ ਬਚਾਤਾ, ਕਿਉਂ ਉੱਥੇ ਸਾਡਾ ਬੋਲਣਾ ਫਰਜ਼ ਹੈ। ਜੇ ਅਸੀਂ ਉੱਥੇ ਚੁੱਪ ਰਹਿ ਜਾਵਾਂਗੇ ਤਾਂ ਡਿੱਗ ਜਾਏਗਾ। ਤੇ ਜੇ ਗੁੱਸਾ ਕਰੇ ਕੋਈ ਕਿ ਲੈ ਮੈਨੂੰ ਕਿਹੜਾ ਦਿਸਦਾ ਨਹੀਂ, ਮੈਨੂੰ ਕਿਉਂ ਟੋਕਿਆ, ਉੱਥੇ ਮਤ ਬੋਲੋ, ਉੱਥੇ ਚੁੱਪ ਕਰ ਜਾਓ। ਬੋਲਣਾ ਓਨਾ ਹੈ ਜਿੰਨਾ ਲੋੜ ਹੈ, ਚੁੱਪ ਓਨਾ ਕਰਨਾ ਹੈ ਜਿੰਨਾ ਲੋੜ ਹੈ। ਐਵੇਂ ਵਾਧੂ ਚੁੱਪ ਨਾ ਕਰੋ, ਐਵੇਂ ਵਾਧੂ ਬੋਲੋ ਨਾ। ਸੋ ਮਾਲਕ ਨੇ ਇਹ ਜਿਹੜੀਆਂ ਗੱਲਾਂ ਰੱਖੀਆਂ ਨੇ, ਇਹ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ। ਹੁਕਮ ਦੇ ਨਾਲ ਉਹਨਾਂ ਨੂੰ ਵਡਿਆਈ ਮਿਲਦੀ ਆ। ਅਸੀਂ ਆਪਣੇ ਬੱਚੇ ਨੂੰ ਕਹਿੰਦੇ ਆ ਇਹ ਸ਼ੇਰ ਵਰਗਾ, ਮੇਰਾ ਪੁੱਤ ਸ਼ੇਰ ਵਰਗਾ। ਸ਼ੇਰ ਨਾਲ ਅਸੀਂ ਤੁਲਨਾ ਕਰਦੇ ਆ ਕਿ ਉਹ ਸ਼ੇਰ ਨੂੰ ਵਡਿਆਈ ਦਿੱਤੀ ਆ ਅਸੀਂ, ਕਿ ਸ਼ੇਰ ਬਹੁਤ ਬਹਾਦਰ ਹੈ। ਸ਼ੇਰ ਆਪਣਾ ਮਾਸ ਆਪ ਮਾਰ ਕੇ ਖਾਂਦਾ ਹੈ, ਕਿਸੇ ਦਾ ਮਰਿਆ ਲੈਂਦਾ ਨਹੀਂ। ਸੋ ਇਸ ਕਰਕੇ ਉਹਨੂੰ ਵਡਿਆਈ ਦਿੱਤੀ ਜਾਂਦੀ ਹੈ, ਤੇ ਜਿਹੜੇ ਦੂਜੇ ਜਾਨਵਰ ਨੇ ਉਹਨਾਂ ਨੂੰ ਅਸੀਂ ਵਡਿਆਈ ਨਹੀਂ ਦਿੰਦੇ ਜੀ। ਹੁਕਮੀ ਉਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਹੁਕਮੀ ਉੱਤਮ ਨੀਚ, ਹੁਕਮੀ ਲਿਖ ਦੁੱਖ ਸੁਖ ਪਾਈਐ। ਹੁਕਮੀ ਉਹਦੇ ਨਿਯਮ ਦੇ ਨਾਲ ਹੀ ਉੱਤਮ ਹੈ, ਕੋਈ ਨੀਚ ਹੈ। ਕੋਈ ਧਰਤੀ ਇੰਨੀ ਉੱਤਮ ਹੈ ਕਿ 2 ਬੂੰਦਾਂ ਬਾਰਿਸ਼ ਦੀਆਂ ਪਈਆਂ ਨਹੀਂ ਤੇ ਉੱਥੇ ਬਹਾਰ ਆ ਜਾਂਦੀ ਹੈ, ਘਾਹ ਹੀ ਘਾਹ ਹੋ ਜਾਂਦਾ, ਪੌਦੇ ਹੀ ਪੌਦੇ ਹੋ ਜਾਂਦੇ ਆ, ਹੋਰ ਬੂਟੇ ਜਿਹੜੇ ਨੇ ਬਹੁਤ ਰੌਣਕ ਲਿਆਉਂਦੇ। ਕਈ ਇਹੋ ਜਿਹੀਆਂ ਥਾਵਾਂ ਨੇ ਜਿਹੜੀਆਂ ਬਿਲਕੁਲ ਬੰਜਰ ਹੈ, ਕਿੰਨਾ ਮੀਂਹ ਪੈ ਜਾਵੇ ਉੱਥੇ ਕੋਈ ਵੀ ਇੱਕ ਕਿਣਕਾ ਵੀ ਜਿਹੜਾ ਉਹ ਹਰਾ ਨਹੀਂ ਹੁੰਦਾ। ਕਿਉਂ? ਉਹ ਹੁਕਮ ਦੇ ਨਾਲ ਨੀਚ ਹੈ, ਉਹ ਹੁਕਮ ਦੇ ਨਾਲ ਉੱਤਮ ਹੈ। ਜੇ ਥਾਂ ਹੈ ਉਹ ਹੁਕਮ ਦੇ ਨਾਲ ਨੀਚ ਹੈ, ਹੁਕਮ ਦੇ ਨਾਲ ਉੱਤਮ ਹੈ। ਇਸੇ ਤਰ੍ਹਾਂ ਇਨਸਾਨ ਜਿਹੜੇ ਨੇ ਉਹ ਹੁਕਮ ਦੇ ਨਾਲ ਉੱਤਮ ਨੇ, ਹੁਕਮ ਦੇ ਨਾਲ ਨੀਚ ਨੇ। ਇਹਦੇ 'ਚ ਕਿਸੇ ਨੂੰ ਗੁੱਸਾ ਕਰਨ ਦੀ ਲੋੜ ਨਹੀਂ, ਕਿਉਂਕਿ ਬਹੁਤ ਲੋਕ ਐਸੇ ਨੇ ਜਿਨ੍ਹਾਂ ਨੂੰ ਆਪਣੇ ਖਾਣ ਪੀਣ ਦੀ ਵੀ ਸੋਝੀ ਨਹੀਂ, ਜਿਨ੍ਹਾਂ ਨੂੰ ਆਪਣੇ ਬੋਲਣ ਦੀ ਵੀ ਸੋਝੀ ਨਹੀਂ, ਉਹਨੂੰ ਪਤਾ ਹੀ ਨਹੀਂ ਮੈਂ ਜਵਾਬ ਕੀ ਦੇਣਾ ਹੈ। ਉਹਨਾਂ ਨੂੰ ਕੀ ਕਰੋਗੇ? ਇਹ ਉਹਦਾ ਹੁਕਮ ਹੈ, ਉਹਦਾ ਮਖੌਲ ਨਾ ਉਡਾਓ, ਉਹਦਾ ਹੁਕਮ ਹੈ
ਕਿ ਸੱਚੇ ਪਾਤਸ਼ਾਹ ਇਹ ਤੇਰਾ ਹੁਕਮ ਹੈ, ਤੇਰੇ ਹੁਕਮ ਦੇ ਮੁਤਾਬਕ ਸਭ ਕੁਝ ਹੋ ਰਿਹਾ ਹੈ, ਲੇਕਿਨ ਅਸੀਂ ਉਹਨਾਂ ਦਾ ਮਖੌਲ ਉਡਾਉਂਦੇ ਹਾਂ, ਉਹਨਾਂ ਦਾ ਹੁਕਮ ਦੀ ਤਾਮੀਲ ਨਹੀਂ ਕਰਦੇ ਅਕਾਲ ਪੁਰਖ ਦੀ, ਤੇ ਇਸ ਕਰਕੇ ਅਸੀਂ ਫਿਰ ਨੁਕਸਾਨ 'ਚ ਰਹਿ ਜਾਂਦੇ ਹਾਂ ਜੀ। ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਪਵਾਈਐ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਇੱਕ ਤੇ ਐਸੀ ਬਖਸ਼ਿਸ਼ ਹੋ ਗਈ, ਰਹਿਮਤ ਹੋ ਗਈ, ਉਹਨੂੰ ਦੁੱਖ ਹੀ ਨਹੀਂ ਆਉਂਦਾ, ਉਹ ਨਿਯਮ ਦੇ ਮੁਤਾਬਕ ਚੱਲ ਰਿਹਾ। ਇੱਕ ਨਾ ਹੁਕਮੀ ਬਖਸ਼ੀਸ਼, ਉਹ ਬਖਸ਼ਿਸ਼ ਦੇ ਵਿੱਚ ਆ ਜਾਂਦਾ। ਇੱਕ ਹੁਕਮੀ ਸਦਾ ਭਵਾਈ ਹੈ, ਇੱਕ ਹੁਕਮ ਦੇ ਨਾਲ, ਰਜ਼ਾ ਦੇ ਨਾਲ ਸਦਾ ਹੀ ਭੌਂਦੇ ਫਿਰਦੇ ਆ, ਕਦੇ ਇਸ ਜੂਨ 'ਚ, ਕਦੇ ਇਸ ਜੂਨ 'ਚ, ਕਦੇ ਇਸ ਜੂਨ 'ਚ। ਕੀ ਕਰੋਗੇ? ਕਿਉਂ? ਉਹਦਾ ਕਰਮ ਜਿਹੜਾ ਹੈ ਉਹ ਸ਼ੁਭ ਨਹੀਂ, ਉਹਦਾ ਕਰਮ ਸ਼ੁਭ ਨਹੀਂ। ਉਹ ਭੌਂਦੇ ਫਿਰਦੇ ਆ, ਘੁੰਮਦੇ ਫਿਰਦੇ ਆ, ਫਿਰ ਉੱਥੇ ਇਨਸਾਨ ਜਿਹੜਾ ਹੈ ਉਹ ਬੇਵੱਸ ਹੋ ਜਾਂਦਾ ਹੈ ਜੀ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਮੱਛੀ ਪਾਣੀ 'ਚ ਰਹਿੰਦੀ ਹੈ, ਉਹਦਾ ਵੀ ਜੀ ਕਰਦਾ ਮੈਂ ਸੰਸਾਰ ਵੇਖਾਂ। ਉਹ ਹੋ ਸਕਦਾ ਸੋਚਦੀ ਹੋਵੇ ਵੀ ਬਾਹਰ ਕੀ ਹੈ, ਲੇਕਿਨ ਉਹ ਪਾਣੀ 'ਚ ਹੀ ਰਹਿੰਦੀ ਹੈ, ਕਿਉਂਕਿ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਉਹ ਮੱਛੀ ਪਾਣੀ ਦੇ ਵਿੱਚ ਰਹਿ ਰਹੀ ਹੈ, ਉਹਨੂੰ ਹੁਕਮ ਹੈ ਪਾਣੀ ਦਾ ਕਿ ਪਾਣੀ 'ਚ ਰਹਿ। ਉਹ ਇੱਕ ਕਿਨਾਰੇ ਤੋਂ, ਇੱਕ ਤੱਟ ਤੋਂ ਦੂਜੇ ਤੱਟ ਤੇ ਚਲੀ ਜਾਂਦੀ ਹੈ। ਰਾਹ 'ਚ ਕੋਈ ਮੱਛੀ ਮਿਲਦੀ ਹੈ, ਉਹਨੂੰ ਪੁੱਛਦੀ ਹੈ ਇਹ ਸਾਗਰ ਕਿੱਡਾ ਹੈ, ਕਿਹੋ ਜਿਹਾ ਸਾਗਰ, ਤੇ ਹੁਣ ਕੀ ਦੱਸੇ ਵੀ ਤੂੰ ਵੀ ਸਾਗਰ 'ਚ ਹੈ, ਮੈਂ ਵੀ ਸਾਗਰ 'ਚ ਹਾਂ। ਉਹ ਇੱਕ ਦੂਜੇ ਨੂੰ ਪੁੱਛਦੀਆਂ, ਉਹ ਕਹਿੰਦੀ ਮੈਨੂੰ ਤਾਂ ਆਪ ਨਹੀਂ ਇਸ ਗੱਲ ਦਾ ਪਤਾ ਸਾਗਰ ਕਿਹੋ ਜਿਹਾ, ਸਾਗਰ ਕਿਹਨੂੰ ਕਹਿੰਦੇ ਆ। ਕਹਿੰਦੀ ਅੱਛਾ, ਮੈਂ ਤਾਂ ਢੂੰਡਦੀ ਥੱਕ ਗਈ, ਮੈਨੂੰ ਸਾਗਰ ਹੀ ਨਹੀਂ ਮਿਲਿਆ। ਇਹੀ ਹਾਲ ਇਨਸਾਨ ਦਾ ਕਿ ਇਨਸਾਨ ਰੱਬ ਦੇ ਵਿੱਚ ਬੈਠਾ ਹੈ, ਰੱਬ ਇਨਸਾਨ ਦੇ ਵਿੱਚ ਬੈਠਾ ਹੈ। ਉਹ ਪੁੱਛਦਾ ਰੱਬ ਕਿੱਥੇ ਆ, ਰੱਬ ਕਿਵੇਂ ਮਿਲਦਾ। ਜਿਵੇਂ ਮੱਛੀ ਮੱਛੀ ਨੂੰ ਪੁੱਛਦੀ ਹੈ ਸਾਗਰ ਨਹੀਂ ਮਿਲਦਾ, ਐਵੇਂ ਇਨਸਾਨ ਇਨਸਾਨ ਨੂੰ ਪੁੱਛਦਾ ਕਿ ਮੈਨੂੰ ਰੱਬ ਨਹੀਂ ਮਿਲਦਾ, ਤੈਨੂੰ ਕਿਵੇਂ ਮਿਲ ਗਿਆ। ਤਰਲੋਚਨ ਨੇ ਨਾਮਦੇਵ ਨੂੰ ਪੁੱਛਿਆ ਸੀ ਨਾ, ਤੈਨੂੰ ਰੱਬ ਕਿਵੇਂ ਮਿਲ ਜਾਂਦਾ ਭਗਵਾਨ, ਮੈਨੂੰ ਤਾਂ ਅਜੇ ਤੱਕ ਨਹੀਂ ਮਿਲਿਆ। ਕਹਿੰਦਾ ਇਹ ਤਾਂ ਮਿਲ ਜਾਂਦਾ, ਇਹ ਤਾਂ ਯਾਦ ਕਰਨ ਦੀ ਦੇਰ ਹੈ, ਉਹ ਝੱਟ ਹਾਜ਼ਰ ਹੋ ਜਾਂਦਾ। ਕਹਿੰਦਾ ਇਹ ਕਿਵੇਂ ਹੋ ਜਾਂਦਾ? ਕਹਿੰਦੇ ਐਵੇਂ ਹੀ ਹੈ। ਕਹਿੰਦੇ ਤੂੰ ਤਾਂ ਸਾਰਾ ਦਿਨ ਕੱਪੜੇ ਰੰਗਣ 'ਚ ਲੱਗਿਆ ਰਹਿਣਾ, ਕੱਪੜੇ ਸਿਉਣ 'ਚ ਲੱਗਿਆ ਰਹਿਣਾ, ਪਰਮਾਤਮਾ ਨੂੰ ਕਿਵੇਂ ਪਾ ਲੈਣਾ? ਕਹਿੰਦਾ ਪਰਮਾਤਮਾ ਨੂੰ ਮੈਂ ਸੁਰਤੀ ਨਾਲ ਪਾਉਣਾ, ਕੱਪੜੇ ਰੰਗਣੇ ਆਪਣਾ ਕੰਮ ਹੈ, ਕੱਪੜੇ ਸਿਉਣੇ ਆਪਣਾ ਕੰਮ ਹੈ, ਲੇਕਿਨ ਮੈਂ ਜੇ ਕੰਮ ਕਰਦਾ ਧਿਆਨ ਲਾਉਣਾ, ਉਹ ਮੈਂ ਪਰਮਾਤਮਾ ਦੇ ਨਾਲ ਲਾਉਣਾ, ਉਹ ਮੈਨੂੰ ਮਿਲ ਜਾਂਦਾ। ਇਸ ਕਰਕੇ ਜੋ ਮੱਛੀ ਹੈ ਉਹਨੂੰ ਬਾਹਰ ਨਿਕਲਣ ਦਾ ਹੁਕਮ ਨਹੀਂ, ਉਹ ਬਾਹਰ ਨਿਕਲੂਗੀ ਤਾਂ ਮਰ ਜੂਗੀ। ਜੇ ਮੱਛੀ ਸਾਗਰ ਤੋਂ ਬਾਹਰ ਆਉਂਦੀ ਹੈ ਉਹ ਮਰ ਜੂਗੀ, ਉਹਨੂੰ ਪਤਾ ਹੈ। ਲੇਕਿਨ ਇਹ ਉਹਨੇ ਰਚਨਾ ਐਸੀ ਰਚੀ ਹੈ ਕਿ ਕਿੱਥੋਂ ਸਾਹ ਲੈਣਾ ਹੈ, ਕਿੱਥੋਂ ਪਾਣੀ ਨੇ ਵਿੱਚ ਉਹਨੇ ਰਹਿਣਾ ਹੈ। ਜਿੰਨੇ ਡੂੰਘੇ ਪਾਣੀ 'ਚ ਜਾਊਗੀ ਉਨੀ ਖੁਸ਼ ਰਹੂਗੀ, ਉਨੀ ਪ੍ਰਸੰਨ ਰਹੂਗੀ। ਇਹ ਮੱਛੀ ਜਿੱਧਰੋਂ ਪਾਣੀ ਆਉਂਦਾ ਉਧਰ ਨੂੰ ਵੀ ਚੜ ਜਾਂਦੀ ਹੈ। ਜੇ ਕੋਈ ਪਹਾੜ ਤੋਂ ਪਾਣੀ ਆ ਰਿਹਾ ਨੀਚੇ ਨੂੰ, ਮੱਛੀ ਉਲਟੇ ਦਿਸ਼ਾ ਵੱਲ ਵੀ ਚਲੀ ਜਾਂਦੀ ਹੈ, ਦੂਸਰੀ ਸਾਵੀਂ ਦਿਸ਼ਾ ਵੱਲ ਤਾਂ ਜਾ ਹੀ ਸਕਦੀ ਹੈ, ਕੋਈ ਰੌਲਾ ਹੀ ਨਹੀਂ। ਸੋ ਇਹ ਉਹਨੂੰ ਗੁਣ ਜਿਹੜਾ ਇਹ ਮਾਲਕ ਨੇ ਦਿੱਤਾ ਹੋਇਆ, ਤੇ ਇਹ ਸਾਰੇ ਜੀਵ ਜਿਹੜੇ ਆ ਉਹ ਆਪਣੀ ਮਰਜ਼ੀ ਦੇ ਨਾਲ ਪੈਦਾ ਕੀਤੇ ਨੇ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮੀ ਲਿਖ ਦੁੱਖ ਸੁਖ ਪਾਈਏ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈਏ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਸਾਰਾ ਸ੍ਰਿਸ਼ਟੀ, ਸਾਰਾ ਸੰਸਾਰ ਹੁਕਮ ਦੇ ਅੰਦਰ ਹੈ, ਹੁਕਮ ਤੋਂ ਬਾਹਰ ਕੋਈ ਵੀ ਨਹੀਂ। ਜਿਹੜਾ ਹੁਕਮ ਤੋਂ ਬਾਹਰ ਹੋ ਜਾਏਗਾ ਉਹ ਫਿਰ ਉਹੀ ਗੱਲ, ਜਮ ਜਮ ਮਰੇ, ਮਰੇ ਮਰ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਮੇ। ਫਿਰ ਉਹਦਾ ਇਹ ਹਾਲ ਹੁੰਦਾ ਹੈ, ਪਹਿਲਾਂ ਜੰਮਦਾ ਹੈ, ਫਿਰ ਮਰ ਜਾਂਦਾ ਹੈ, ਫਿਰ ਜੰਮਦਾ ਹੈ, ਫਿਰ ਮਰ ਜਾਂਦਾ ਹੈ। ਬਹੁਤ ਸਜ਼ਾਏ ਪਿਆ ਦੇਸ ਲੰਮੇ, ਬਹੁਤ ਸਜ਼ਾ ਭੁਗਤਦਾ ਤੇ ਲੰਮੇ ਦੇਸ਼ 'ਚ ਪੈ ਜਾਂਦਾ। ਕਿਉਂ? ਉਹਨੇ ਹੁਕਮ ਮੰਨਿਆ ਨਹੀਂ, ਉਹਨੇ ਹੁਕਮ ਦੀ ਪਾਲਣਾ ਨਹੀਂ ਕੀਤੀ ਜੀ। ਨਾਨਕ ਹੁਕਮੈ ਜੇ ਬੁਝੈ, ਤਾਂ ਹੁਕਮੈ ਕਹੇ ਨ ਕੋਇ। ਨਾਨਕ
ਜੈ ਤਾਹੋਂ ਮੈਂ ਕਹੇ ਨ ਕੋਏ। ਕਹਿੰਦੇ ਜਿਸ ਦੇ ਅੰਦਰ ਹੁਕਮ ਮਿਟ ਗਿਆ, ਹੁਕਮ ਨਹੀਂ ਰਿਹਾ, ਉਹ ਹਉਮੈ ਹੈ। ਉਹ ਕਹਿੰਦਾ ਸਾਰੇ ਕੰਮ ਮੈਂ ਕਰਦਾ, ਮੇਰੇ ਵੱਡਾ ਵਰਗਾ ਕੋਈ ਨਹੀਂ, ਇਹ ਤਾਂ ਜੇ ਮੈਂ ਨਾ ਹੁੰਦਾ ਆਹ ਕੰਮ ਹੋਣਾ ਹੀ ਨਹੀਂ ਸੀਗਾ। ਲੇਕਿਨ ਜਿਹਨੇ ਮਾਲਕ ਦੇ ਰਜ਼ਾ ਵਿੱਚ ਰਹਿਆ, ਉਹ ਕਹਿੰਦਾ ਮੈਂ ਕੁਛ ਨਹੀਂ ਕੀਤਾ, ਜੋ ਕਰਦਾ ਹੈ ਮਾਲਕ ਕਰਦਾ ਹੈ, ਮੈਂ ਤਾਂ ਸੰਸਾਰੀ ਹਾਂ। ਮਾਲਕ ਜਿਹੜਾ ਹੈ ਇਹ ਉਪਕਾਰੀ ਹੈ, ਮਾਲਕ ਹੀ ਸਭ ਕੁਝ ਕਰਦਾ ਹੈ। ਫਿਰ ਇਹਨੂੰ ਸਮਝ ਆਉਂਦੀ ਹੈ ਕਿ ਮੈਂ ਜਿਹੜੇ ਕੰਮ ਕਰਦਿਆਂ ਉਹ ਗਲਤ ਕਰਦਾ। ਇਹ ਹਉਮੈ ਫਿਰ ਇਹਦੀ ਦੂਰ ਹੁੰਦੀ ਹੈ, ਐਵੇਂ ਇਹਦੀ ਹਉਮੈ ਦੂਰ ਨਹੀਂ ਹੁੰਦੀ। ਨਾਨਕ ਦੇਵ ਜੀ ਨੇ ਜਦੋਂ ਤੱਕੜੀ ਤੋਲੀ, ਆਟਾ ਤੋਲਿਆ, ਤਾਂ ਜਦੋਂ 12 ਤੱਕ ਉਹਨਾਂ ਨੇ ਠੀਕ ਤੋਲਿਆ, ਜਦੋਂ 13 ਆ ਗਿਆ, 13 ਉਹਨਾਂ ਦਾ ਅਗਿਆਨ ਖਤਮ ਹੋ ਗਿਆ ਕਿ ਮੈਂ ਗਿਆਨ ਦੇ ਵਿੱਚ ਆ ਗਿਆ ਕਿ ਆ ਤੇਰਾ ਹੈ, ਮੇਰਾ ਕੁਛ ਨਹੀਂ, ਮੇਰਾ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ ਤੁਝਕੋ ਸੌਂਪਤੇ ਕਿਆ ਲਾਗੇ ਮੇਰਾ। ਇਸ ਕਰਕੇ ਉਹਨਾਂ ਨੇ 13 ਦੀ ਰੱਟ ਜਿਹੜੀ ਹੈ ਉਹ ਲਾਈ ਹੈ। ਇਹ ਹਉਮੈ ਉਦੋਂ ਵੱਧਦੀ ਹੈ ਜਦੋਂ ਇਨਸਾਨ ਆਪਣੇ ਆਪ ਦੇ ਵਿੱਚ ਜ਼ਿਆਦਾ ਮਸ਼ਗੂਲ ਹੋ ਜਾਂਦਾ ਹੈ ਕਿ ਮੈਂ ਬਹੁਤ ਜੋ ਕਾਰੋਬਾਰ ਦੇ ਵਿੱਚ ਪੂਰਾ ਨਿਪੁੰਨ ਹਾਂ, ਮੇਰੇ ਵਰਗਾ ਕੰਮ ਕੋਈ ਨਹੀਂ ਕਰ ਸਕਦਾ। ਫਿਰ ਉਹ ਫੇਲ ਹੋ ਜਾਂਦਾ, ਉਹ ਦੁਨੀਆ ਤੋਂ ਫੇਲ ਹੋ ਕੇ ਜਾਂਦਾ, ਪਾਸ ਹੋ ਕੇ ਨਹੀਂ ਜਾਂਦਾ। ਪਾਸ ਹੋਣਾ ਬਹੁਤ ਔਖਾ। ਸੋ ਮਹਾਰਾਜ ਨੇ ਕਿਹਾ, ਜਬ ਲਗ ਮੇਰੀ ਕਰੈ तब लग काज एक नहीं सरੈ, जब मेरी मिट जाए तब प्रभु काज सवारे आए। जब मेरी मिट जाती है ਤਾਂ ਭਗਵਾਨ ਆ ਕੇ ਉਹਦੇ ਕਾਰਜ ਸਵਾਰ ਦਿੰਦਾ। ਜਿੰਨਾ ਚਿਰ ਮੇਰੀ ਕਰਦਾ ਉਹਨਾਂ ਚਿਰ ਇਹਦੇ ਕੰਮ ਜਿਹੜੇ ਆ ਉਹ ਅਧੂਰੇ ਰਹਿ ਜਾਂਦੇ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਬਈ ਤੂੰ ਆਪਣੇ ਆਪ ਨੂੰ ਸੰਭਾਲ, ਆਪਣੇ ਆਪ ਨੂੰ ਕੰਟਰੋਲ ਰੱਖ। ਹਾਂ ਜੀ, ਹਾਂ ਲੈ ਲਓ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸਾਣ। ਹੁਣ ਅਸੀਂ ਉਹਦੇ ਗੁਣ ਗਾਉਣੇ ਆ, ਅਕਾਲ ਪੁਰਖ ਦੇ ਗੁਣ ਗਾਉਣੇ ਆ। ਸਾਡੇ ਕੋਲ ਬੋਲੀ ਨਹੀਂ, ਸਾਡੇ ਕੋਲ ਸ਼ਬਦ ਨਹੀਂ, ਜੋੜਨ ਦੀ ਤਾਕਤ ਨਹੀਂ, ਕੀ ਗੁਣ ਗਾਵਾਂਗੇ? ਪਹਿਲਾਂ ਸਾਨੂੰ ਇਹ 3 ਚੀਜ਼ਾਂ 'ਚ ਨਿਪੁੰਨ ਹੋਣਾ ਚਾਹੀਦਾ ਹੈ। ਸ਼ਬਦਾਂ ਦੀ ਚੋਣ ਹੋਣੀ ਚਾਹੀਦੀ ਹੈ, ਉਹਨਾਂ ਨੂੰ ਜੋੜ ਤੋੜ ਦਾ ਸਾਨੂੰ ਵਿਵਹਾਰ ਆਉਣਾ ਚਾਹੀਦਾ ਹੈ, ਅਨੁਭਵ ਵੀ ਹੋਣਾ ਚਾਹੀਦਾ। ਕੋਈ ਕਦੇ ਅੱਗੇ ਪਿੱਛੇ ਲਿਖਿਆ ਵੀ ਹੋਵੇ ਤਾਂ ਉਹ ਕਹਿੰਦੇ ਗਾਵੇ ਕੋ ਤਾਨ ਹੋਵੇ ਕਿਸੇ ਤਾਨ। ਜੇ ਕਿਸੇ ਕੋਲ ਤਾਕਤ ਹੋਏਗੀ ਉਹੀ ਉਹਦਾ ਗੁਣਗਾਨ ਕਰ ਸਕਦਾ ਹੈ, ਦੂਜਾ ਨਹੀਂ ਕਰ ਸਕਦਾ। ਕਿਹੜਾ ਤਾਨ? ਜਿਹੜਾ ਉਹਨੂੰ ਚੰਗਾ ਲੱਗਿਆ। ਜੇ ਕਿਸੇ ਨੂੰ ਪੁੱਤਰ ਦੇਤਾ ਉਹ ਬੜਾ ਖੁਸ਼ ਹੈ, ਉਹ ਪੁੱਤਰ ਦੇ ਖੁਸ਼ੀ 'ਚ ਉਹਦਾ ਗੁਣਗਾਨ ਕਰ ਰਿਹਾ ਕਿ ਸੱਚੇ ਪਾਤਸ਼ਾਹ ਤੂੰ ਬੜਾ ਦਿਆਲੂ ਹੈ, ਤੂੰ ਬੜਾ ਦਾਤਾ ਹੈ, ਮੈਨੂੰ ਪੁੱਤਰ ਦੇਤਾ। ਉਹਨੂੰ ਲੈ ਕੇ ਉਹਦਾ ਗੁਣਗਾਨ ਕਰਦਾ। ਜੇ ਕਿਸੇ ਨੂੰ ਗਰੀਬ ਨੂੰ ਧਨ ਦੇਤਾ ਉਹਨੇ, ਉਹ ਧਨ ਦੇ ਰੂਪ 'ਚ ਉਹਦਾ ਗੁਣਗਾਨ ਕਰਦਾ ਕਿ ਸੱਚੇ ਪਾਤਸ਼ਾਹ ਤੂੰ ਤਾਂ ਮਿੰਟਾਂ 'ਚ ਛੱਪਰ ਫਾੜ ਕੇ ਦੇ ਦਿੰਦਾ, ਤੇਰੇ ਵਰਗਾ ਤਾਂ ਬੇਅੰਤ ਹੀ ਕੋਈ ਨਹੀਂ, ਤੂੰ ਬਹੁਤ ਬੇਅੰਤ ਹੈ। ਕੋਈ ਇਸ ਕਰਕੇ ਗਾਉਂਦਾ, ਕੋਈ ਪਰਿਵਾਰ ਕਰਕੇ ਗਾਉਂਦਾ ਕਿ ਮੇਰਾ ਪਰਿਵਾਰ, ਮੇਰੇ ਨੂੰਹਾਂ ਧੀਆਂ ਬਹੁਤ ਸੁਖੀ ਨੇ, ਮੇਰੇ ਆਗਿਆਕਾਰੀ ਹੈ, ਉਹ ਇਸ ਗੱਲ ਨਾਲ ਗਾਉਂਦਾ। ਗਾਵੇ ਕੋ ਤਾਨ ਹੋਵੇ ਕਿਸੇ ਤਾਨ। ਜਿਹੜਾ ਤਾਨ ਉਹਨੂੰ ਦਿੱਤਾ ਹੈ ਉਹੀ ਤਾਨ ਜਿਹੜਾ ਹੈ ਉਹ ਗਾ ਰਿਹਾ ਹੈ, ਹੋਰ ਕਿਸੇ ਤਾਨ ਦੀ ਉਹ ਉਮੀਦ ਨਹੀਂ ਰੱਖਦਾ। ਉਹਨੂੰ ਪਤਾ ਹੀ ਨਹੀਂ, ਜਿਹੜਾ ਉਹਦੇ ਨਾਲ ਬੀਤਿਆ ਹੈ ਉਹੀ ਉਹਦਾ ਗੁਣਗਾਨ ਕਰਦਾ ਹੈ। ਗਾਵੇ ਕੋ ਦਾਤ ਜਾਣੇ ਨਿਸ਼ਾਨ। ਉਹ ਕੋਈ ਇਹ ਗਾਉਂਦਾ ਕਿ ਮੈਨੂੰ ਜਿਹੜੀਆਂ ਦਾਤਾਂ ਦਿੱਤੀਆਂ ਨੇ ਉਹ ਤੇਰੀ ਨਿਸ਼ਾਨੀ ਹੈ, ਉਹ ਤੂੰ ਹੀ ਮੈਨੂੰ ਦਿੱਤੀਆਂ ਨੇ। ਇਹ ਕੁਛ ਉਹਦੇ ਇਸ ਕਰਕੇ ਗੁਣਗਾਨ ਕਰਦੇ ਆ ਕਿ ਤੂੰ ਮੈਨੂੰ ਇਹ ਨਿਸ਼ਾਨੀਆਂ ਦਿੱਤੀਆਂ ਨੇ ਜੀ। ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਗਾਵੇ ਕੋ ਗੁਣ ਵਡਿਆਈਆਂ ਚਾਰ। ਗੁਣ ਵਡਿਆਈਆਂ ਚਾਰ। ਵਧੀਆ ਗੁਣ, ਵਧੀਆ ਵਡਿਆਈਆਂ ਉਹਨਾਂ ਦਾ ਜ਼ਿਕਰ ਕਰਦਾ ਹੈ। ਦੇਖੋ ਸਾਡੇ ਸੰਸਾਰ 'ਚ 3 ਦੇਵਤੇ ਆ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼। ਬ੍ਰਹਮਾ ਜਿਹੜਾ ਹੈ ਉਹ ਵਿਦਿਆ ਵਿਖਮ ਵਿਚਾਰ,
ਉਹ ਔਖੀ ਤੋਂ ਔਖੀ ਵਿੱਦਿਆ ਦਾ ਜਾਣਕਾਰ ਹੈ। ਉਹ ਢੂੰਡਦਾ ਹੈ ਵੀ ਬਨਸਪਤੀ 'ਚੋਂ ਮੈਂ ਕੀ ਲੱਭਾਂ। ਉਹਨੇ ਜੋ ਮਿਊਜ਼ਿਕ ਹੈ ਉਹਦੇ 7 ਸੁਰ ਉਹਨੇ ਲੱਭੇ ਆ। ਜੋ ਆਯੁਰਵੇਦ ਦੀਆਂ ਜਿਹੜੀਆਂ ਦਵਾਈਆਂ ਨੇ ਇਹ ਬ੍ਰਹਮਾ ਨੇ ਲੱਭੀਆਂ ਨੇ। ਬ੍ਰਹਮਾ ਵਿਸ਼ਨੂੰ ਉਸ ਸੰਸਾਰ ਦੀ ਪਾਲਣਾ ਕਰਦਾ। ਉਹ ਕਹਿੰਦਾ ਮੇਰਾ ਤਾਂ ਕੰਮ ਸਿਰਫ ਰਿਜ਼ਕ ਦੇਣਾ ਹੈ, ਤੇ ਸ਼ਿਵ ਜਿਹੜਾ ਹੈ ਉਹ ਸੰਸਾਰ ਦਾ ਲੈ ਕਰਦਾ ਹੈ ਕਿ ਮੈਂ ਬੈਠਾ ਹਾਂ ਸ਼ਮਸ਼ਾਨ ਘਾਟ 'ਚ ਬੈਠਾ ਹਾਂ, ਮੇਰਾ ਇਹ ਤੋਂ ਵੱਧ ਕੋਈ ਕੰਮ ਨਹੀਂ। ਸੋ ਆਪਣੇ ਆਪਣੇ ਕੰਮਾਂ ਦੇ ਵਿੱਚ ਬੈਠੇ ਨੇ, ਆਪਣੇ ਆਪਣੇ ਕੰਮਾਂ ਦੇ ਵਿੱਚ ਮਸਤ ਨੇ। ਇਸ ਤਰ੍ਹਾਂ ਉਹ ਉਹਨਾਂ ਦਾ ਗੁਣਗਾਨ ਕਰਦੇ ਨੇ। ਬ੍ਰਹਮਾ ਦੇ ਕਿਤੇ ਮੰਦਰ ਨਹੀਂ ਹੈਗੇ, ਸਾਰੇ ਦੇਸ਼ 'ਚ ਕਿਤੇ ਮੰਦਰ ਨਹੀਂ, ਇੱਕ ਅੱਧੇ ਤੋਂ ਸਿਵਾ। ਵਿਸ਼ਨੂੰ ਦੇ ਅਨੇਕਾਂ ਹੀ ਮੰਦਰ ਨੇ, ਸ਼ਿਵ ਜੀ ਦੇ ਵੀ ਅਨੇਕਾਂ ਮੰਦਰ ਨੇ, ਕਿਉਂਕਿ ਬ੍ਰਹਮਾ ਆਪਣੀ ਬਹੁਤ ਖੋਜ 'ਚ ਪੈ ਗਿਆ। ਬ੍ਰਹਮਾ ਨੇ ਸੰਸਾਰ ਨੂੰ ਬਹੁਤਾ ਕੁਝ ਦਿੱਤਾ ਨਹੀਂ ਜਿੰਨਾ ਸ਼ਿਵ ਜੀ ਨੇ ਤੇ ਵਿਸ਼ਨੂੰ ਨੇ ਦਿੱਤਾ ਹੈ। ਉਹਨਾਂ ਦੇ ਮੰਦਰ ਬਣੇ ਆ, ਉਹਨਾਂ ਦਾ ਨਹੀਂ ਬਣਿਆ। ਸੋ ਇਸ ਕਰਕੇ ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਉਹ ਵਿਖਮ ਤੋਂ ਵਿਖਮ ਵਿਦਿਆ ਜਿਹੜੀ ਹੈ ਉਹ ਬ੍ਰਹਮਾ ਨੂੰ ਪਤਾ ਹੈ, ਉਹ ਜਾਣਦਾ ਹੈ, ਤੇ ਉਹਦੇ ਮੁਤਾਬਕ ਹੀ ਸੰਸਾਰ ਨੂੰ ਆਪਣਾ ਗਿਆਨ ਦਿੰਦਾ ਹੈ ਜੀ। गावे को साज करे तन खे, गावे को जी ले फिर दे। ਗਾਵੇ ਕੋ ਸਾਜ ਕਰੇ ਤਨਖੇ। ਸ਼ਿਵ ਜੀ ਕੀ ਕਰਦਾ? ਉਹ ਸਾਜੇ ਹੋਏ ਜੀਵਾਂ ਨੂੰ ਖੇ ਕਰ ਦਿੰਦਾ, ਮਾਰ ਦਿੰਦਾ। ਸ਼ਮਸ਼ਾਨ ਘਾਟ 'ਚ ਉਹਦਾ ਨਿਵਾਸ ਹੈ। ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀਆ ਲੈ ਫਿਰਦੇ। ਕੁਝ ਜਿਹੜੇ ਆਪਣੇ ਵਿਸ਼ਨੂੰ ਜੀ ਹੈ ਉਹਨਾਂ ਨੂੰ ਦੇਖਦੇ ਨੇ, ਉਹ ਗਾਵੇ ਕੋ ਸਾਜ ਕਰੇ ਤਨਖੇ, ਕਿ ਸਾਜ ਕੀਤਾ, ਖੇ ਕਰਤਾ, ਤੇ ਉਹਨੇ ਫਿਰ ਪੈਦਾ ਕਰਤੇ। ਉਹਨੇ ਆਪਣਾ ਕੰਮ ਕਰਤਾ, ਉਹਨੇ ਨੇ ਫਿਰ ਰੋਟੀ ਦਾ ਜਿਹੜਾ ਸਾਧਨ ਸੀ ਉਹਦਾ ਬਣਾਤਾ। ਕੋਈ ਇਸ ਗੱਲ ਨੂੰ ਗਾ ਰਿਹਾ ਕਿ ਤੂੰ ਤਾਂ ਸਭ ਦੇ ਜੀਆਂ ਦਾ ਪਾਲਣ ਕਰਦਾ ਹੈ, ਕੋਈ ਇਸ ਗੱਲ ਨੂੰ ਗਾ ਰਿਹਾ ਕਿ ਤੂੰ ਸਭਨਾਂ ਜੀਆਂ ਨੂੰ ਲੈ ਕਰਦਾ ਹੈ, ਕੋਈ ਇਸ ਗੱਲ ਨੂੰ ਗਾ ਰਿਹਾ ਕਿ ਤੂੰ ਸਭਨਾਂ ਜੀਆਂ ਦੀ ਜਿਹੜੀ ਉਪਜ ਹੈ, ਪੈਦਾ ਹੈ, ਉਹ ਕਰਦਾ ਹੈ। ਤੋ ਇਸ ਵੱਖਰੇ ਵੱਖਰੇ ਹੈ, ਇੱਕੋ ਹੀ ਨਾ ਬ੍ਰਹਮਾ ਹੋ ਰਿਹਾ, ਨਾ ਵਿਸ਼ਨੂੰ ਹੋ ਰਿਹਾ, ਨਾ ਸ਼ਿਵ ਜੀ ਹੋ ਰਿਹਾ, ਇਹ ਇੱਕੋ ਹੀ ਹੈ। ਤਾਕਤਾਂ ਤਿੰਨ ਨੇ ਲੇਕਿਨ ਨਾਮ ਤਿੰਨ ਰੱਖੇ ਨੇ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਲੇਕਿਨ ਇਹਨਾਂ ਦੇ ਕੰਮ ਵੱਖਰੇ ਹੈ ਇੱਕੋ ਹੀ ਹੈ, ਦੋ ਨਹੀਂ, ਤਿੰਨ ਨਹੀਂ। ਲੇਕਿਨ ਅਸੀਂ ਤਿੰਨ ਬਣਾ ਕੇ ਤਿੰਨਾਂ ਦੀ ਪੂਜਾ ਵੱਖਰੀ ਵੱਖਰੀ ਕਰਦੇ ਹਾਂ। ਜਿਹਨੇ ਬਣਾਇਆ ਹੈ ਉਹਨੂੰ ਅੰਨ ਪਾਣੀ ਵੀ ਦੇਣਾ ਹੈ, ਉਹਨੇ ਲੈ ਵੀ ਕਰਨਾ ਹੈ। ਜੇ ਸ੍ਰਿਸ਼ਟੀ ਲੈ ਨਾ ਕੀਤੀ ਜਾਵੇ ਤਾਂ ਇੱਥੇ ਤਾਂ ਗੰਦ ਮੱਚ ਜਾਣਾ ਸੀ। ਇੱਥੇ ਤਾਂ ਸੰਸਾਰ ਤੇ ਉਹ ਹੈ ਕਿ ਕੋਈ ਮਰਦਾ ਹੀ ਨਹੀਂ ਤਾਂ ਹੋਰ ਜੀਵ ਪੈਦਾ ਹੋ ਜਾਣਗੇ, ਉਹ ਮਰਦੇ ਹੀ ਨਹੀਂ। ਤਾਂ ਇੱਥੇ ਲੋਕਾਂ ਨੇ ਬੁੱਢੇ ਹੋ ਕੇ ਪਤਾ ਨਹੀਂ ਕੀ ਕੁਝ ਕਰਨਾ ਸੀ ਕਿ ਮੈਂ ਕਿਵੇਂ ਮਰਾਂ, ਮੌਤ ਨੂੰ ਬੁਲਾਵੇ ਦੇਣੇ ਸੀ। ਉਹ ਆਪੇ ਉਹਨੇ ਰੱਖਿਆ ਹੋਇਆ ਕਿ ਸਮਾਂ ਆਏਗਾ, ਤੈਨੂੰ ਲੈ ਜਾਵਾਂਗੇ, ਤੂੰ ਚਲਾ ਜਾਏਗਾ। ਇਸ ਤਰ੍ਹਾਂ ਇਹ ਉਸਤਤ ਜਿਹੜੀ ਹੈ ਉਹਦੀ ਕੀਤੀ ਜਾਂਦੀ ਹੈ ਜੀ। गावे को जापे दिसे दूर, गावे को वेखे हादरा दूर। ਗਾਵੇ ਕਿ ਜਾਪੈ ਦਿਸੈ ਦੂਰ। ਕੋਈ ਇਹ ਗੱਲ ਕਹਿ ਰਿਹਾ ਕਿ ਤੂੰ ਤਾਂ ਬੜੀ ਦੂਰ ਹੈ, ਕਦੇ ਨਜ਼ਰ ਤਾਂ ਆਉਂਦਾ ਹੀ ਨਹੀਂ, ਮੈਨੂੰ ਤਾਂ ਬਹੁਤ ਦੂਰ ਲੱਗਦਾ। ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ। ਕੋਈ ਇਹ ਗੱਲ ਕਰਕੇ ਗਾ ਰਿਹਾ ਕਿ ਮੇਰੇ ਤਾਂ ਸਾਹਮਣੇ ਬੈਠਾ ਤੂੰ, ਮੈਨੂੰ ਤਾਂ ਸਾਖਸ਼ਾਤ ਦਰਸ਼ਨ ਹੋ ਰਹੇ ਆ, ਮੈਨੂੰ ਤਾਂ ਤੂੰ ਕਰਾਮਾਤ ਦਿਖਾਤੀ। ਕੋਈ ਇਹ ਕਹਿ ਰਿਹਾ ਤੂੰ ਦੂਰ ਬੜੀ ਹੈ। ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ। ਹਾਂਜੀ। कथना कथी नावे तोट, कथ कथ कथी कोटि कोट कोट। ਇਸ ਤਰ੍ਹਾਂ ਦੀਆਂ ਜੋ ਕਥਨੀਆਂ ਨੇ, ਕਥਨ ਕਰ ਕਰਕੇ ਤੋਟ ਨਹੀਂ ਆ ਰਹੀ ਉਹਨਾਂ 'ਚ, ਹੋਰ ਵੱਧ ਰਹੀਆਂ। ਜਿੱਦਣ ਤੋਂ ਸ੍ਰਿਸ਼ਟੀ ਦੀ ਸਾਜਨਾ ਹੋਈ ਹੈ, ਪਤਾ ਨਹੀਂ ਕਿੰਨੇ ਲੋਕ ਆ ਕੇ, ਕਿੰਨੇ ਭਗਤਾਂ ਨੇ ਆ ਕੇ ਉਹਦੀ ਕਥਨਾ ਕਥੀ ਕੀਤੀ ਹੈ।
ਕਥਨ ਕੀਤਾ ਹੈ, ਉਹਦਾ ਵਰਣਨ ਕੀਤਾ ਹੈ, ਲੇਕਿਨ ਕਦੇ ਟੋਟ ਨਹੀਂ ਆਈ। ਅੱਜ ਜਿਹੜੇ ਗਾ ਰਹੇ ਆ ਉਹ ਕੁਝ ਹੋਰ ਗਾ ਰਹੇ ਆ, ਪਹਿਲਾਂ ਜੋ ਗਾ ਕੇ ਗਏ ਆ ਉਹ ਕੁਝ ਹੋਰ ਗਾ ਕੇ ਗਏ ਆ, ਆਉਣ ਵਾਲੇ ਸਮੇਂ 'ਚ ਕੋਈ ਹੋਰ ਉਸਤਤ ਕਰਨਗੇ। ਇਹ ਮੁੱਕਣੀ ਨਹੀਂ, ਜਿੰਨਾ ਚਿਰ ਸ੍ਰਿਸ਼ਟੀ ਚੱਲੀ ਜਾਏਗੀ, ਯੁੱਗ ਬੀਤ ਜਾਣਗੇ, ਲੇਕਿਨ ਉਹਦੀ ਕਥਨ ਜਿਹੜਾ ਹੈ ਉਹ ਕਿਸੇ ਦਾ ਵਿਗੜੇਗਾ ਨਹੀਂ, ਕਥਨ ਘਟੇਗਾ ਨਹੀਂ, ਹੋਰ ਵੱਧਦਾ ਜਾਏਗਾ। ਹਾਂਜੀ। ਦੇਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਦੇਦਾ ਦੇ ਲੈਂਦੇ ਥਕ ਪਾਏ, ਜੁਗਾ ਜੁਗੰਤਰ ਖਾਈ ਖਾਈ। ਉਹ ਕਹਿੰਦੇ ਉਹ ਦੇ ਹੀ ਵੱਜ ਜਾਂਦਾ ਹੈ, ਦਿੰਦਾ ਦੇ, ਦਿੰਦਾ ਥੱਕਦਾ ਨਹੀਂ, ਲੈਂਦੇ ਥੱਕ ਪਾਏ, ਲੈਣ ਵਾਲੇ ਥੱਕ ਜਾਂਦੇ ਨੇ। ਜੁਗਾ ਜੁਗੰਤਰ ਖਾਈ ਖਾਈ, ਜੁਗਾਂ ਜੁਗਾਂ ਤੋਂ ਚੱਲੇ ਆ ਰਿਹਾ, ਉਹ ਖਾ ਰਹੇ ਆ, ਉਹਨਾਂ ਦਾ ਮੁੱਕਦਾ ਨਹੀਂ, ਕਿਉਂਕਿ ਉਹ ਦੇ ਹੀ ਜਾਂਦਾ। ਅਸੀਂ, ਸਾਡੇ ਦੰਦ ਕੱਸ ਜਾਂਦੇ ਆ, ਸਾਡੀਆਂ ਅੱਖਾਂ ਪਤਲੀਆਂ ਪੈ ਜਾਂਦੀਆਂ, ਸਾਡੇ ਕੰਨ ਬੋਲੇ ਹੋ ਜਾਂਦੇ ਆ, ਸਾਡਾ ਸਾਰੇ ਅੰਗ ਜਿਹੜੇ ਆ ਜਵਾਬ ਦੇ ਜਾਂਦੇ ਆ, ਫਿਰ ਅਸੀਂ ਉਹਨਾਂ ਰਸ ਜਿਹੜਾ ਖਾਣ ਦਾ ਪੀਣ ਦਾ ਹੰਢਾ ਨਹੀਂ ਸਕਦੇ, ਲੈ ਨਹੀਂ ਸਕਦੇ। ਲੇਕਿਨ ਹੋਰ ਜਿਹੜੇ ਜੀਵ ਆ ਰਹੇ ਆ ਉਹ ਓਨਾ ਹੀ ਰਸ ਲੈ ਰਹੇ, ਉਹ ਓਨਾ ਹੀ ਆਨੰਦ ਲੁਤਫ ਲੈ ਰਹੇ ਆ, ਕਿਉਂਕਿ ਅਸੀਂ ਚਲੇ ਜਾਵਾਂਗੇ, ਉਹ ਸਾਡੀ ਥਾਂ 'ਤੇ ਹੋਰ ਆ ਜਾਵੇਗਾ, ਉਹ ਸਾਡੀ ਥਾਂ 'ਤੇ ਆਨੰਦ ਲੈਣਗੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ, ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੀ। ਜੀ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ। ਉਹ ਹੁਕਮੀ ਆਪਣੇ ਹੁਕਮ ਦੇ ਅੰਦਰ ਹੀ ਸਾਰੇ ਜੀਵਾਂ ਨੂੰ ਚਲਾਉਂਦਾ ਹੈ, ਸਾਰੇ ਜੀਵਾਂ ਨੂੰ ਪਰਵਰਿਸ਼ ਕਰਦਾ ਹੈ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੇ ਵੇ ਪਰਵਾਹੋ। ਉਹ ਇੰਨਾ ਬੇਪਰਵਾਹ ਹੈ, ਉਹ ਵਿਗਸਦਾ ਹੈ, ਉਹਨਾਂ ਨੂੰ ਦੇਖ ਦੇਖ ਕੇ ਖੁਸ਼ ਹੁੰਦਾ ਹੈ, ਪ੍ਰਸੰਨ ਹੁੰਦਾ ਹੈ ਕਿ ਮੇਰੇ ਜੀਵ ਕਿੰਨੇ ਖੁਸ਼ ਹੈ। ਉਹ ਸਾਡਾ ਪਿਤਾ ਹੈ, ਉਹ ਸਾਨੂੰ ਦੁੱਖ ਦੇ ਕੇ ਰਾਜ਼ੀ ਨਹੀਂ, ਪਰ ਅਸੀਂ ਕਾਨੂੰਨ ਦੀ ਉਲੰਘਣਾ ਕਰਦੇ ਹਾਂ, ਦੁੱਖ ਅਸੀਂ ਆਪ ਸਹੇੜਦੇ ਹਾਂ, ਦੁੱਖ ਅਸੀਂ ਆਪ ਬੁਲਾਉਂਦੇ ਹਾਂ, ਉਹ ਕਦੇ ਨਹੀਂ ਦਿੰਦਾ। ਆਪਦਾ ਬਾਪ ਜਿਹੜਾ ਹੈ ਬੱਚੇ ਨੂੰ ਦੁੱਖ ਕਿਵੇਂ ਦੇ ਸਕਦਾ? ਅਸੀਂ ਗਾਲਾਂ ਵੀ ਰੱਬ ਨੂੰ ਕੱਢਦੇ ਹਾਂ ਕਿ ਤੂੰ ਸਾਨੂੰ ਆਹ ਦੁੱਖ ਦਿੱਤਾ, ਕੁਛ ਨਾ ਕੁਛ ਬੰਦਾ ਚੰਗਾ ਬੋਲ ਜਾਂਦੇ ਹਾਂ, ਉਹਦਾ ਕੋਈ ਕਸੂਰ ਨਹੀਂ। ਅਸੀਂ ਹੁਕਮ ਰਜ਼ਾਈ ਚੱਲਣਾ। ਜੇ ਅਸੀਂ ਲਾਲ ਲਾਈਟ ਪਾਰ ਕਰਾਂਗੇ, ਸਾਹਮਣੇ ਲਾਲ ਲਾਈਟ ਹੈ, ਪਾਰ ਕਰਾਂਗੇ, ਉਹ ਨਿਯਮ ਬਣਾਏ ਹੋਏ ਆ ਸਰਕਾਰ ਨੇ, ਅਸੀਂ ਪਾਰ ਕਰਾਂਗੇ, ਉੱਧਰੋਂ ਕਿਸੇ ਹੋਰ ਨੇ ਪਾਰ ਕਰ ਲਈ, ਸਾਡਾ ਟਕਰਾਅ ਹੋ ਜਾਊਗਾ ਤਾਂ ਸਾਡਾ ਨੁਕਸਾਨ ਹੋ ਜਾਏਗਾ। ਜਦੋਂ ਗ੍ਰੀਨ ਲਾਈਟ ਹੈ ਅਸੀਂ ਉਦੋਂ ਹੀ ਜਾਂਦੇ ਹਾਂ, ਜਦੋਂ ਯੈਲੋ ਲਾਈਟ ਹੈ ਉਦੋਂ ਦੇਖ ਕੇ ਜਾਂਦੇ ਹਾਂ ਕਿ ਆਸੇ ਪਾਸੇ ਨਹੀਂ ਮੈਂ ਲੰਘ ਸਕਦਾ, ਅਤੇ ਜਦੋਂ ਰੈੱਡ ਲਾਈਟ ਹੈ ਉਦੋਂ ਅਸੀਂ ਰੁਕ ਜਾਂਦੇ ਹਾਂ। ਇਹ ਇੱਥੇ ਨਿਯਮ ਬਣੇ ਹੋਏ ਨੇ ਤਾਂ ਉੱਥੇ ਵੀ ਮਹਾਰਾਜ ਦੇ ਨਿਯਮ ਬਣੇ ਹੋਏ ਆ। ਸਾਨੂੰ ਨਿਯਮ ਦੇ ਮੁਤਾਬਕ ਚੱਲਣਾ ਚਾਹੀਦਾ ਹੈ, ਨਿਯਮ ਦੇ ਮੁਤਾਬਕ ਰਹਿਣਾ ਚਾਹੀਦਾ ਹੈ ਜੇ ਸੰਸਾਰ 'ਤੇ ਸੁੱਖ ਲੈਣਾ ਹੈ, ਨਹੀਂ ਅਸੀਂ ਸੁਖੀ ਨਹੀਂ ਹੋ ਸਕਦੇ। ਸੋ ਗੁਰੂ ਮਹਾਰਾਜ ਨੇ 2 ਪੌੜੀਆਂ ਦਾ ਜੋ ਪਾਠ ਹੈ ਅਸੀਂ ਸਰਵਣ ਕੀਤਾ ਹੈ, ਦੂਜੀ ਤੇ ਤੀਜੀ। ਜੋ ਵੀ ਮੇਰੀ ਜ਼ਬਾਨ ਤੋਂ ਨਿਕਲਿਆ ਹੈ ਕਿਰਪਾ ਕਰਕੇ ਸਵੀਕਾਰ ਕਰਨਾ। ਗਲਤੀਆਂ ਬੜੀਆਂ ਹੋਈਆਂ ਹੋਣਗੀਆਂ, ਕਿਉਂਕਿ ਅਜੇ ਮੈਂ ਉਸ ਯੋਗ ਨਹੀਂ ਹੋਈ ਕਿ ਮੈਂ ਪੂਰਾ ਪ੍ਰੋਪਰ ਸਤਸੰਗ ਕਰ ਸਕਾਂ। ਤੁਹਾਨੂੰ ਸਭ ਨੂੰ ਪਤਾ ਹੈ ਕਿ ਜੋ ਮੇਰੇ ਨਾਲ ਹੋਇਆ, ਪਰ ਫਿਰ ਵੀ ਜਿੰਨਾ ਵੀ ਮੈਂ ਕਰ ਸਕੀ ਹਾਂ, ਮੈਂ ਤੁਹਾਡੇ ਖੁਸ਼ੀ ਨੂੰ ਦੇਖ ਕੇ, ਤੁਹਾਡੇ ਚਾਅ ਨੂੰ ਦੇਖ ਕੇ ਮੈਂ ਕੀਤਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਬਹੁਤ ਬਹੁਤ ਧੰਨਵਾਦ। ਅਗਲਾ ਸਤਸੰਗ ਜਿਹੜਾ ਹੈ ਉਹ 29 ਸਤੰਬਰ ਦਿਨ ਸ਼ੁੱਕਰਵਾਰ ਨੂੰ ਡੇਰੇ ਦੇ ਅੰਦਰ ਹੋਏਗਾ। 29 ਸਤੰਬਰ ਮਹਾਰਾਜ ਬਾਬਾ ਦੇਵਾ ਸਿੰਘ ਜੀ ਦਾ ਭੰਡਾਰਾ ਹੈ। ਉਹ 29 ਸਤੰਬਰ ਸ਼ੁੱਕਰਵਾਰ ਦਾ ਦਿਨ ਡੇਰੇ ਦੇ ਅੰਦਰ ਸਤਸੰਗ ਹੋਏਗਾ। ਸਭ ਸੰਗਤਾਂ ਨੂੰ ਬੇਨਤੀ ਹੈ ਕਿ ਪਹਿਲਾਂ ਅਰਦਾਸ ਕਰਨ, ਮੈਂ ਠੀਕ ਹੋ ਜਾਵਾਂ, ਫਿਰ ਮੈਂ ਆਵਾਂ ਤੇ ਤੁਹਾਡੇ ਦਰਸ਼ਨ ਕਰਾਂ। ਇਹ ਤੋਂ ਉੱਚੇ ਭਾਗ ਮੇਰੇ ਕੋਈ ਨਹੀਂ ਹੋਣਗੇ। ਬਹੁਤ ਬਹੁਤ ਧੰਨਵਾਦ।